ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਬੜੀ ਦੂਰੋਂ ਦੂਰੋਂ ਚੱਲ ਕੇ ਸੰਧਿਆ ਦੇ ਦੀਵਾਨਾਂ ਵਿੱਚ ਆਪ ਜੀ ਜੁੜ ਬੈਠੇ ਹੋ। ਬੜਾ ਕੀਮਤੀ ਸਮਾਂ ਸਤਿਗੁਰਾਂ ਦੀ ਮਿਹਰ ਦੇ ਨਾਲ ਮਿਲਿਆ। ਇਹਨੂੰ ਸਫਲਾ ਬਣਾਉਣ ਦਾ ਯਤਨ ਕਰੀਏ। ਆਓ ਜੁੜੀਏ ਸਤਿਗੁਰਾਂ ਦੀ ਪਾਵਨ ਅੰਮ੍ਰਿਤ ਕਥਾ ਦੇ ਨਾਲ। ਚੱਲ ਰਹੇ ਪਾਵਨ ਪ੍ਰਵਾਹਾਂ ਦੇ ਵਿੱਚੋਂ ਆਪ ਜੀ ਨੇ ਸਰਵਣ ਕੀਤਾ। ਗੁਰੂ ਨਾਨਕ ਸਾਹਿਬ ਜੀਆਂ ਨੇ ਮਨਸੁਖ ਸ਼ਾਹੂਕਾਰ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਤਿੰਨ ਬਚਨਾਂ ਦੁਆਰਾ। ਭਾਣੇ ਵਿੱਚ ਰਹਿਣਾ, ਨਾਮ ਜਪਣਾ ਤੇ ਹਉਮੈ ਦਾ ਤਿਆਗ ਕਰਨਾ। ਤਿੰਨੋਂ ਬਚਨ ਕਿਵੇਂ ਕਮਾਉਣੇ ਨੇ ਇਹ ਵੀ ਗੁਰੂ ਸਾਹਿਬ ਜੀ ਨੇ ਸਮਝਾਏ। ਬੜੀ ਮਿਹਰਬਾਨੀ ਕੀਤੀ ਮਨਸੁਖ ਸ਼ਾਹੂਕਾਰ ਤੇ ਅੰਦਰ ਸੁਖੀ ਹੋ ਗਿਆ। ਕਾਫੀ ਦੇਰ ਸਤਿਗੁਰਾਂ ਦੇ ਕੋਲ ਰਿਹਾ। ਹੁਣ ਆਗਿਆ ਲੈ ਕੇ ਆਪਣੇ ਸ਼ਹਿਰ ਲਾਹੌਰ ਆਇਆ। ਹੁਣ ਕਿਰਤ ਦੇ ਵਿੱਚ ਧਰਮ ਹੈ। ਗੁਰੂ ਗੁਰੂ ਜਪਦਾ ਰਹਿੰਦਾ ਹੈ, ਪਰਉਪਕਾਰ ਕਰਦਾ ਤੇ ਆਪਣਾ ਵਪਾਰ ਕਰਦਾ ਹੈ। ਜਦ ਕਦੇ ਸਮਾਂ ਲੱਗਦਾ ਹੈ ਦਰਸ਼ਨਾਂ ਦੀ ਤਾਂਘ ਮਨ ਵਿੱਚ ਉੱਠਦੀ ਹੈ, ਚੱਲ ਕੇ ਸੁਲਤਾਨਪੁਰ ਲੋਧੀ ਆਉਂਦਾ ਹੈ। ਇੱਧਰ ਗੁਰੂ ਪਾਤਸ਼ਾਹ ਵੀ ਸੁਭਾਵਿਕ ਹੀ ਜਿਸ ਕ੍ਰਿਤ ਵਿੱਚ ਲੱਗੇ ਨੇ ਮੋਦੀ ਖਾਨੇ ਵਿੱਚ ਉਸੇ ਤਰ੍ਹਾਂ ਵਰਤ ਰਹੇ ਨੇ। ਇਹਨਾਂ ਸਾਰੇ ਪ੍ਰਸੰਗਾਂ ਨੂੰ ਆਪ ਜੀ ਨੇ ਸਰਵਣ ਕੀਤਾ ਹੈ। ਆਓ ਕੁਝ ਸਮਾਂ ਮਨ ਬਿਰਤੀਆਂ ਨੂੰ ਗੁਰੂ ਚਰਨਾਂ ਨਾਲ ਜੋੜੀਏ। ਪਾਓ ਪ੍ਰੇਮ ਦੀ ਸਾਂਝ। ਗੱਜ ਵੱਜ ਕੇ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਮੋਦੀ ਕੀ कृत विशाल चलै, बहु काल यही विद और चलाई। भाला रहे निज संग सदा, उचरियो इतिहास को जाहे बनाई। ਮਹਾਕਵੀ ਭਾਈ ਸੰਤੋਖ ਸਿੰਘ ਸਤਿਗੁਰਾਂ ਦੀ ਪਾਵਨ ਪਵਿੱਤਰ ਗਾਥਾ ਜਿਸ ਦਾ ਉਹ ਵਿਖਿਆਨ ਕਰਦੇ ਨੇ ਬੜੇ ਅਦਬ ਸ਼ਰਧਾ ਤੇ ਭਾਵਨਾ। ਮੋਦੀ ਖਾਨੇ ਤੇ ਆਪ ਪਰਮੇਸ਼ਵਰ ਰਹਿੰਦੇ ਆ। 13 ਤੋਲਦੇ ਨੇ। ਵਿਸ਼ਾਲ ਲੋਕਾਂ ਦੀ ਭੀੜ ਲੱਗੀ ਹੁੰਦੀ ਹੈ। ਇਸ ਕਿਰਤ ਵਿੱਚ ਇਸ ਸੇਵਾ ਦੇ ਵਿੱਚ ਬਰਾਬਰ ਦੇ ਹਿੱਸੇਦਾਰ ਹਨ ਭਾਈ ਬਾਲਾ ਜੀ। ਉਹ ਵੀ ਦਿਨ ਰਾਤ ਭੁਲਾ ਕੇ ਦੁਨੀਆ ਦੀ ਪਰਵਾਹ ਛੱਡ ਕੇ ਗੁਰੂ ਨਾਨਕ ਸਾਹਿਬ ਦੀ ਚਾਕਰੀ ਕਰਦੇ ਨੇ। ਸਤਿਗੁਰ ਪ੍ਰਸੰਨ ਬੜੇ ਆ। ਜਿੱਥੇ ਗੁਰੂ ਸਾਹਿਬ ਆਪ ਸਾਰਾ ਦਿਨ ਬਹਿ ਕੇ ਪਰਉਪਕਾਰ ਕਰਦੇ ਨੇ, ਭਾਈ ਬਾਲਾ ਜੀ ਵੀ ਸਾਰਾ ਦਿਨ ਹੀ ਲਾਉਂਦੇ ਆ। ਜਿੰਨਾ ਸਮਾਂ ਸਤਿਗੁਰ ਆਰਾਮ ਕਰਦੇ ਨੇ ਉਹਨਾਂ ਸਮਾਂ ਹੀ ਭਾਈ ਬਾਲਾ ਜੀ ਆਰਾਮ ਕਰਦੇ ਆ। ਮੋਦੀ ਖਾਨੇ ਦਾ ਕਾਰਜ ਵਿਸ਼ਾਲ ਹੁੰਦਾ ਜਾਂਦਾ ਏ। ਆਪਨ ਪੈ ਤਕਰੀ ਕਰ ਮੈਂ
ਵਥ ਤੋਲਤ ਦੇਤ ਜਿਉ ਹੋਤ ਸਵਾਈ ਕੋਮਲ ਬੋਲਤ ਬੋਲ ਅਮੋਲਕ ਲੌਕਿਕ ਰੀਤ ਸਭੈ ਹਰ ਖਾਈ। ਹੁਣ ਸਤਿਗੁਰ ਜੀ ਭਾਈ ਬਾਲਾ ਜੀ ਨੂੰ ਹੱਸ ਕੇ ਕਹਿ ਦਿੰਦੇ ਨੇ, ਬਾਲਿਆ ਆ ਜਿਹੜੀ ਲੌਕਿਕ ਰੀਤ ਆਪਾਂ ਵਰਤਾਈ ਹੋਈ ਆ, ਲੋਕਾਂ ਚਾਰੂ ਸੁਭਾਅ ਬਣਾਇਆ ਜਿਹੜਾ ਵੀ ਸਾਨੂੰ ਕੋਈ ਜਾਣੇ ਨਾ, ਕਹਿੰਦੇ ਕਦੋਂ ਤੱਕ ਰੱਖਾਂਗੇ? ਕਦੋਂ ਤੱਕ ਮੋਦੀਖਾਨਾ ਚੱਲੂਗਾ? ਸਾਡਾ ਚਿੱਤ ਕਰਦਾ ਹੁਣ ਮੋਦੀਖਾਨੇ ਦਾ ਕੰਮ ਛੱਡ ਦਈਏ। ਭਾਈ ਬਾਲਾ ਜੀ ਬੜੇ ਖੁਸ਼ ਸਨ, ਕਹਿੰਦੇ ਮਹਾਰਾਜ ਤੁਹਾਡੀ ਰਜਾ ਦੇ ਵਿੱਚ ਆ, ਕੰਮ ਕਰੋਗੇ ਤਾਂ ਵੀ ਨਾਲ, ਛੱਡ ਦੋਗੇ ਤਾਂ ਵੀ ਨਾਲ, ਮੈਨੂੰ ਫਰਕ ਨਹੀਂ ਹੈ। ਮੇਰਾ ਫਰਕ ਤੇ ਤੁਹਾਡਾ ਹੁਕਮ ਮੰਨਣਾ ਤੇ ਹੁਕਮ ਕਮਾਉਣਾ ਹੈ। ਹੁਣ ਮੋਦੀਖਾਨੇ ਦੀ ਕਿਰਤ ਕਰਦਿਆਂ 12-13 ਸਾਲ ਹੋ ਚੁੱਕੇ, ਬਹੁਤ ਲੰਬਾ ਅਰਸਾ ਹੈ, ਇੱਕ ਦਹਾਕੇ ਤੋਂ ਵੱਧ ਦਾ ਸਮਾਂ ਹੋ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਕਈ ਵਾਰ ਕਹਿ ਦਿੰਦੇ ਆ, ਬਾਲਿਆ ਇਹ ਲੋਕਾਂ ਚਾਰੂ ਰੀਤ ਹੁਣ ਸਾਨੂੰ ਚੰਗੀ ਨਹੀਂ ਲੱਗਦੀ, ਚਿੱਤ ਕਰਦਾ ਹੈ ਇਹ ਕੰਮ ਛੱਡ ਦਈਏ, ਦੁਨੀਆ ਦੇ ਵਿੱਚ ਵਿਚਰਨਾ ਸ਼ੁਰੂ ਕਰੀਏ, ਸਮਾਜ ਤੋਂ ਥੋੜਾ ਅਲੱਗ ਹੋਈਏ। ਉਸ ਵੇਲੇ ਭਾਈ ਬਾਲਾ ਜੀ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ 7 ਬਚਨ ਆਖੇ। ਕਹਿੰਦੇ ਪਾਤਸ਼ਾਹ ਆਪ ਦਿਨੇ ਜਾਓ ਰਾਤ ਜਾਓ, ਜਿੱਥੇ ਜਾਓ ਮੈਂ ਨਾਲ। ਤੁਹਾਡੀ ਰਜ਼ਾ ਤੋਂ ਬਾਹਰ ਹੋਣਾ, ਆਪ ਜੀ ਦੇ ਹੁਕਮ ਦੀ ਅਦੁੱਲੀ ਕਰਨੀ, ਇਹ ਮੈਂ ਸੁਪਨੇ ਵਿੱਚ ਵੀ ਸੋਚ ਨਹੀਂ ਸਕਦਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਬਾਲਿਆ ਜਦੋਂ ਤੱਕ ਨਿਰੰਕਾਰ ਕਹਿੰਦਾ ਹੈ, ਪਰਮੇਸ਼ਵਰ ਦਾ ਹੁਕਮ ਹੈ, ਉਦੋਂ ਤੱਕ ਹੀ ਇਹ ਕਾਰਜ ਕਰਾਂਗੇ। ਸੋਰਠਾ ਰਾਜਹਿ ਬੈਸ ਦੁਕਾਨ ਗਿਆਨ ਬਾਸ ਜੋ ਭਗਤ ਮੈਂ ਕੀਰਤ ਜੌਨ ਸਮਾਨ ਪਰਮ ਪਾਵਨੀ ਜਗਤ ਮੈਂ। ਹੁਣ ਗੁਰੂ ਪਾਤਸ਼ਾਹ ਜੀ ਆਪਣਾ ਪਲੰਗਾ ਦੁਕਾਨ ਤੋਂ ਮੋਦੀਖਾਨੇ ਤੋਂ ਬਾਹਰ ਲਾਉਂਦੇ ਆ, ਜਿਸ ਤੇ ਬੈਠ ਕੇ ਤੋਲਦੇ ਆ। ਅੱਗੇ ਮੋਦੀਖਾਨੇ ਦੇ ਅੰਦਰ ਸੀ, ਬਾਹਰ ਬਹਿ ਕੇ ਸਤਿਗੁਰ ਜੀ 13 ਤੋਲਦੇ ਆ। ਦੁਨੀਆ ਦੀ ਭੀੜ ਬਹੁਤ ਵੱਡੀ ਲੱਗੀ ਹੋਈ ਹੈ। ਹੁਣ ਸਤਿਗੁਰਾਂ ਦੇ ਕੋਲ ਇਕੱਲੇ ਪਦਾਰਥ ਲੈਣ ਵਾਲੇ ਲੋਕ ਨਹੀਂ, ਬੜੇ ਲੋਕ ਨੇ ਜੋ ਅੰਤਰ ਆਤਮੇ ਕੁਛ ਮੰਗਣ ਆਉਂਦੇ ਆ। ਸਤਿਗੁਰਾਂ ਦੀ ਮਹਿਮਾ ਚੰਦ ਦੀ ਚਾਨਣੀ ਵਰਗੀ ਹੈ। ਗੁਰੂ ਸਾਹਿਬ ਜਿੱਥੇ ਭਗਤੀ ਬਖਸ਼ਦੇ ਆ ਉੱਥੇ ਗਿਆਨ ਵੀ ਬਖਸ਼ਦੇ ਆ। ਕੱਲੀ ਭਗਤੀ ਮੁਕਤ ਨਹੀਂ ਕਰਦੀ ਤੇ ਕੱਲਾ ਗਿਆਨ ਵੀ ਨਹੀਂ ਤਾਰਦਾ। ਸਾਡੇ ਕੋਲ ਭਗਤੀ ਨਾ ਹੋਵੇ, ਸਿਮਰਨ ਬੰਦਗੀ ਨਾ ਹੋਵੇ, ਕੱਲਾ ਫੋਕਾ ਗਿਆਨ ਹੋਵੇ, ਕੋਈ ਨਹੀਂ ਸੁਣਦਾ। ਗਿਆਨ ਹਰ ਬੰਦੇ ਕੋਲੇ, ਜਿਹਨੂੰ ਮਰਜ਼ੀ ਛੇੜੋ ਸਾਰੇ ਗਿਆਨੀ ਨੇ, ਪਰ ਜਿਹਦੇ ਕੋਲ ਗਿਆਨ ਹੈ, ਗਿਆਨ ਦੇ ਨਾਲ ਭਗਤੀ ਹੈ, ਉਸ ਭਗਤੀ ਕਰਕੇ ਬੋਲਾਂ ਵਿੱਚ ਸੱਤਿਆ ਹੁੰਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਉਹ ਲੋਕ ਵੀ ਆਉਂਦੇ ਆ ਜਿਹੜੇ ਭਗਤੀ ਕਰਦੇ ਪਰ ਆਪੇ ਦਾ ਗਿਆਨ ਨਹੀਂ ਹੈ, ਸਮਝ ਨਹੀਂ ਹੈ। ਗੁਰੂ ਸਾਹਿਬ ਭਗਤੀ ਦੇ ਨਾਲ ਨਾਲ ਸੂਖਸ਼ਮ ਗਿਆਨ ਬਖਸ਼ਦੇ ਨੇ। ਸਵਈਆ ਭੇਦ ਕੋ ਜਾਣੈ ਮਾਨਵ ਜੇ ਕਰ ਸੰਗਤ ਕੋਮਲ ਬੋਲ ਸੁਨੇ ਹੈ ਲੋਚਨ ਗੋਚਰ ਸੋਚ ਵਿਮੋਚਨ ਰੂਪ ਵਿਲੋਕਤ ਧਨ ਮੰਨੇ ਹੈ। ਜਿਨ੍ਹਾਂ ਨੇ ਸਤਿਗੁਰਾਂ ਦਾ ਭੇਦ ਜਾਣਿਆ ਉਹਨਾਂ ਨਿੰਦਿਆ ਚੁਗਲੀ ਛੱਡ ਦਿੱਤੀ। ਉਹ ਜਾਣਦੇ ਆ ਅਸੀਂ ਇਹਨਾਂ ਦਾ ਭੇਦ ਅੰਦਰੋਂ ਨਹੀਂ ਜਾਣ ਸਕਦੇ, ਇਹ ਅਗਮ ਅਗੋਚਰ ਨੇ, ਅੱਖਾਂ ਦੀ ਪਹੁੰਚ ਤੋਂ ਦੂਰ ਹਨ। ਇਹਨਾਂ ਨੂੰ ਸਮਝ ਕੇ ਵੀ ਸਮਝਿਆ ਨਹੀਂ ਜਾ ਸਕਦਾ। ਪਰਮਾਤਮਾ ਤੇ ਬੜਾ ਬਿਆੰਤ ਆ, ਉਹਨੂੰ ਸਮਝਣ ਵਾਲਾ ਕੌਣ ਜੰਮਿਆ? ਸਮਝਦਾ ਕੋਈ ਨਹੀਂ ਉਹਨੂੰ, ਸਭ ਉਹਨੂੰ ਜਾਣ ਕੇ ਆਨੰਦ ਮਾਣਦੇ ਆ। ਭਗਤਾਂ ਨੇ ਵੀ ਉਹਦਾ ਆਨੰਦ ਮਾਣਿਆ। ਕੋਈ ਕਹਿ ਸਕਦਾ ਰੱਬ ਕਿੱਡਾ ਵੱਡਾ? ਉਹ ਬੇਅੰਤ ਹੈ। ਗੁਰਬਾਣੀ ਨੇ ਵੀ ਕਿਤੇ ਨਹੀਂ ਲਿਖਿਆ ਵੀ ਰੱਬ ਇੰਨਾ ਕੁ ਵੱਡਾ ਹੋ ਸਕਦਾ ਜਾਂ ਇਸ ਧਰਤੀ ਜੱਡਾ, ਇਸ ਸੂਰਜ ਜੱਡਾ, ਲਿਖਿਆ ਕਿਤੇ? ਮਰਦ ਕਹਿੰਦੇ ਤੂੰ ਬੇਅੰਤ, ਕੋਈ ਵਿਰਲਾ ਜਾਣੇ। ਤੂੰ ਬੇਅੰਤ ਹੈ, ਤੈਨੂੰ ਕੋਈ ਵਿਰਲਾ ਜਾਣ ਲੈਂਦਾ। ਜਾਣਨਾ ਵੀ ਤੂੰ ਬੇਅੰਤ ਹੈ, ਇਹ ਜਾਣਨਾ ਵੀ ਤੂੰ ਵੱਡਾ ਹੈ, ਗਾਢਾ ਹੈ, ਪਰ ਇਹ ਨਹੀਂ ਜਾਣਿਆ ਵੀ ਤੂੰ ਕਿੰਨੇ ਫੁੱਟ ਚੌੜਾ ਤੇ ਕਿੰਨਾ ਵੱਡਾ, ਕਿੰਨਾ ਲੰਮਾ ਹੈ। ਇਹਨਾਂ ਚੀਜ਼ਾਂ ਤੋਂ ਉੱਚਾ ਹੋ ਗਿਣਤੀਆਂ ਮਿਣਤੀਆਂ ਤੋਂ। ਐਸੇ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੂੰ ਇਹਨਾਂ ਦੀ ਸਮਝ ਆ ਜਾਂਦੀ ਹੈ ਨਾ, ਥੋੜ੍ਹੀ ਥੋੜ੍ਹੀ ਸਮਝ, ਗਿਆਨ ਆ ਜਾਂਦਾ ਹੈ, ਉਹ ਜਾਣਦੇ ਆ ਵੀ ਅਸੀਂ ਇਹਨਾਂ ਨੂੰ ਪ੍ਰੋਪਰ ਤੌਰ 'ਤੇ ਇਹ ਨਹੀਂ ਕਹਿ ਸਕਦੇ ਵੀ ਗੁਰੂ ਨਾਨਕ ਕਿੱਡੇ ਵੱਡੇ ਆ। ਅੰਦਰੋਂ ਮਾਣ ਸਕਦੇ ਆ ਗੁਰੂ ਸਾਹਿਬ ਨੂੰ, ਉਹਨਾਂ ਦੀ ਸੰਗਤ ਮਾਣ ਸਕਦੇ ਆ, ਪਰ ਅੰਤ ਕੋਈ ਵੀ ਜਾਣਦਾ ਨਹੀਂ। ਸ਼੍ਰੀ ਮੁਖ ਕੋ ਲਖ ਕੈ ਅਧਿਕਾਰ
भले भक्ति पुन ज्ञान पनै हैं, क्यों न कहो तिन ज्ञान हवै, जगदीश्वर को गुर जौन बने हैं। ਸਭ ਨੂੰ ਗਿਆਨ ਨਹੀਂ ਮਿਲਦਾ, ਗੁਰੂ ਨਾਨਕ ਸਾਹਿਬ ਕੋਲ ਆਇਆ ਮਿਲਦਾ ਉਹਨੂੰ ਹੈ ਜੋ ਅਧਿਕਾਰੀ ਹੈ, ਜਿਹਨੇ ਮੰਗਿਆ। ਬਿਨਾਂ ਮੰਗਿਆਂ ਕਿਸੇ ਨੂੰ ਕੋਈ ਵਸਤੂ ਦੇ ਦਿਓ, ਕੋਈ ਕਦਰ ਨਹੀਂ, ਕੋਈ ਕੀਮਤ ਨਹੀਂ, ਕੋਈ ਇੱਜ਼ਤ ਨਹੀਂ। ਮੰਗੇ ਤੋਂ ਚੀਜ਼ ਦੇ ਦਿਓ, ਇੱਜ਼ਤ ਵੀ ਹੈ, ਸਤਿਕਾਰ ਵੀ ਹੈ। ਸਮਾਜ ਵਿੱਚ ਬਿਨਾਂ ਮੰਗੇ ਕਿਸੇ ਨੂੰ ਸਲਾਹ ਦੇ ਕੇ ਵੇਖੋ ਕਿੰਨੀ ਕੁ ਇੱਜ਼ਤ ਹੁੰਦੀ ਹੈ। ਕੌਣ ਪੁੱਛਦਾ? ਸਲਾਹ ਕੋਈ ਮੰਗੇ, 10 ਵਾਰ ਸਲਾਹ ਮੰਗੇ ਤੇ 1 ਵਾਰ ਦਿਓ ਤੇ ਬੰਦਾ ਪੈਰ ਫੜਦਾ ਫਿਰਦਾ। ਦੁਨੀਆ ਦੇ ਪਦਾਰਥ ਹੁਣ ਭਾਵੇਂ ਧਰਮ ਦੀ ਦੁਨੀਆ ਹੋਵੇ, ਗੁਰੂ ਨਾਨਕ ਸਾਹਿਬ ਮਰਦ ਵੀ ਸਿੱਖੀ ਉਹਨੂੰ ਦਿੰਦੇ ਸੀ ਜਿਹੜਾ ਕਹਿੰਦਾ ਸੀ ਮਰਦ ਸਿੱਖ ਬਣਾ ਲਓ। ਅਸੀਂ ਕੀ ਕੰਮ ਫੜਿਆ? ਧੱਕੇ ਨਾਲ ਹੀ ਸਿੱਖ ਬਣਾਉਂਦੇ ਫਿਰਦੇ। ਆ ਜਾ ਬਈ ਤੂੰ ਵੀ ਚੜ੍ਹ ਜਾ ਗੁਰੂ ਕੇ ਜਹਾਜ਼, ਤੂੰ ਵੀ ਚੜ੍ਹ ਜਾ। ਧੱਕੇ ਦਾ ਚੜਾਇਆ ਹੋਇਆ, ਪਤਾ ਹੀ ਨਹੀਂ ਲੱਗਿਆ ਵੀ ਲੈਂਡ ਕਿਹੜੀ ਥਾਂ ਤੇ ਹੋ ਗਿਆ, ਜਹਾਜ਼ ਕਿੱਥੇ ਉਤਰਿਆ, ਜਾਂ ਕਿਤੇ ਕ੍ਰੈਸ਼ ਹੋ ਗਿਆ, ਨਹੀਂ ਪਤਾ ਲੱਗਦਾ। ਜਿਹੜਾ ਆਪ ਚੱਲ ਕੇ ਆਇਆ, ਜਿਹਨੇ ਗੁਰੂ ਅੱਗੇ ਅਰਦਾਸ ਕੀਤੀ ਪੱਲਾ ਪਾ ਕੇ, ਮਰਦ ਮੈਨੂੰ ਅੰਮ੍ਰਿਤ ਦੀ ਦਾਤ ਦੇ ਦਿਓ, ਮੇਰੇ ਤੇ ਕਿਰਪਾ ਕਰ ਦਿਓ, ਤਰਲਾ ਹੈ। ਅੱਜ ਵੀ ਜੁੜੇ ਹੋਏ, ਟੁੱਟੇ ਹੀ ਉਹ ਹੈ ਜਿਹੜਾ ਜੁੜਿਆ ਕਦੇ ਨਹੀਂ ਸੀ। ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਕੋਲ ਜਿਹੜੇ ਆਉਂਦੇ ਨੇ ਗਿਆਨ ਮੰਗਣ, ਮਰਜ ਉਹਨਾਂ ਨੂੰ ਦਿੰਦੇ। ਜਿਹੜੇ ਭਗਤੀ ਮੰਗਦੇ ਉਹਨਾਂ ਨੂੰ ਭਗਤੀ ਦੇ ਰਹੇ ਆ। ਧੱਕੇ ਨਾਲ ਤੇ ਗੁਰੂ ਸਾਹਿਬ ਨੇ ਕਿਸੇ ਨੂੰ ਸਿੱਖ ਨਹੀਂ ਬਣਾਇਆ। ਗੁਰੂ ਨਾਨਕ ਸਾਹਿਬ ਦਾ ਸਾਰਾ ਇਤਿਹਾਸ ਪੜ੍ਹ ਕੇ ਵੇਖੋ, ਇੱਕ ਸ਼ਬਦ ਲੱਭ ਕੇ ਵਿਖਾ ਦਿਓ ਵੀ ਮਰਦ ਕਹਿਣਾ ਭਗਤਾ ਤੈਨੂੰ ਸਿੱਖ ਬਣਾਉਣਾ ਹੈ। ਜੇ ਕੋਈ ਬਣਨ ਵੀ ਆਉਂਦਾ ਸੀ ਮਰਦ, ਉਹਨੂੰ ਵੀ ਕਸਵੱਟੀਆਂ ਲਾ ਕੇ ਪਰਖਦੇ ਸੀ ਵੀ ਇਹਦੇ ਪੱਲੇ ਕੁਛ ਹੈ, ਇਹ ਅਧਿਕਾਰੀ ਹੈ। ਅਣਅਧਿਕਾਰੀ ਬੰਦੇ ਨੂੰ, ਹੁਣ ਇੱਕ ਅਣਜਾਣ ਬੰਦਾ ਗੱਡੀ ਚਲਾਉਣੀ ਨਹੀਂ ਆਉਂਦੀ, ਧੱਕੇ ਨਾ ਦੇ ਦਿਓ, ਜਾ ਤੂੰ ਮੇਰਾ ਰਿਸ਼ਤੇਦਾਰ ਹੈ ਗੱਡੀ ਚਲਾ, ਭੰਨੇਗਾ, ਅੰਦਰ ਕਰਾਏਗਾ। ਜਿਹੜਾ ਅਧਿਕਾਰੀ ਹੈ, ਤੁਹਾਨੂੰ ਪਤਾ ਹੈ ਇਹ ਬੰਦਾ ਚੰਗਾ ਡਰਾਈਵਰ ਹੈ, ਉਹ ਹਿੱਲ ਏਰੀਆ ਲੈ ਜੇ, ਪਹਾੜਾਂ 'ਚ ਲੈ ਜੇ, ਤਾਂ ਵੀ ਕੋਈ ਚਿੰਤਾ ਨਹੀਂ। ਅਣਜਾਣ ਨੂੰ ਫੜਾਓਗੇ ਕੀ ਬਣੇਗਾ? ਅਣਜਾਣ ਬੰਦਾ ਭਗਤੀ ਵੀ ਨਹੀਂ ਕਰ ਸਕਦਾ, ਅਣਜਾਣ ਬੰਦਾ ਗਿਆਨ ਵੀ ਧਾਰਨ ਨਹੀਂ ਕਰ ਸਕਦਾ। ਜਿਹਨੇ ਅੰਦਰੋਂ ਅਧਿਕਾਰੀ ਹੋ ਕੇ, ਜਾਇਜ਼ ਹੋ ਕੇ ਮੰਗ ਮੰਗੀ, ਗੁਰੂ ਸਾਹਿਬ ਨੇ ਉਹਨਾਂ 'ਤੇ ਕਿਰਪਾ ਕੀਤੀ ਤੇ ਇੱਕ ਸਹਿਜ ਸੁਭਾਅ ਕੀਤੀ। ਕਿਰਪਾ ਕਈ ਤਰ੍ਹਾਂ ਦੀ ਹੈ ਨਾ। ਜੇ ਕੋਈ ਚੱਲ ਕੇ ਆਇਆ, ਜਿਹਨੇ ਆਪਣੇ ਔਗਣਾਂ ਦਾ ਪਛਚਾਤਾਪ ਕੀਤਾ, ਸਤਿਗੁਰਾਂ ਉਹਨਾਂ 'ਤੇ ਵੀ ਦਇਆ ਕਰੇ। ਹੁਣ ਮੋਦੀਖਾਨੇ ਵਿੱਚ ਬੜੇ ਲੋਕ ਆਉਂਦੇ ਆ ਜੀ, ਉਹ ਬੜੀ ਨਿੰਦਿਆ ਮਰਜ਼ੀ ਕਰਦੇ ਆ, ਉਹਨਾਂ 'ਤੇ ਕਿਰਪਾ ਕਿਉਂ ਨਹੀਂ ਹੋਈ? ਕਿਉਂਕਿ ਉਹਨਾਂ ਨੇ ਹਿਰਦੇ ਦਾ ਭਾਂਡਾ ਮੁੱਦਾ ਮਾਰਿਆ ਹੋਇਆ। ਬੜੇ ਲੋਕ ਨੇ ਧਰਮ ਦੀ ਥਾਂ 'ਤੇ ਇਕੱਲੇ ਗੁਰਮੁਖ ਥੋੜ੍ਹਾ ਹੁੰਦੇ ਆ। ਗੁਰਦੁਆਰੇ, ਮੰਦਿਰ, ਮਸਜਿਦਾਂ ਵਿੱਚ ਚੋਰ ਵੀ ਆਉਂਦੇ ਆ, ਲੁਟੇਰੇ ਵੀ ਆਉਂਦੇ ਆ, ਨਿੰਦਕ ਵੀ ਆਉਂਦੇ ਆ। ਸਭ 'ਤੇ ਥੋੜ੍ਹਾ ਕਿਰਪਾ ਹੋ ਜਾਂਦੀ। ਕਿਰਪਾ ਕੇਵਲ ਉਹਨਾਂ 'ਤੇ ਹੁੰਦੀ ਜਿਹੜੇ ਸਤਿਗੁਰ ਨੂੰ ਮਿਲਣ ਆਉਂਦੇ ਆ। ਕੋ ਸਤਿਨਾਮ। ਜਿਹੜੇ ਦੁਨੀਆਦਾਰੀ ਵੇਖਣ ਆਉਂਦੇ ਆ, ਟਾਈਮ ਪਾਸ ਕਰਨ ਆਉਂਦੇ, ਉਹ 20 ਸਾਲ ਪਹਿਲਾਂ ਵੀ ਇਹੋ ਜਿਹੇ ਸੀ, 20 ਸਾਲਾਂ ਬਾਅਦ ਵੀ ਇਹੋ ਜਿਹੇ ਹੀ ਹੋਣਗੇ, ਫਰਕ ਨਹੀਂ ਹੋਏਗਾ। ਅਤੇ ਜਿਹੜੇ ਅਧਿਕਾਰੀ ਬਣੇ 5 ਸਾਲ ਪਹਿਲਾਂ ਕੁਝ ਹੋਰ ਸੀ ਅਤੇ ਅੱਜ ਕੁਝ ਹੋਰ ਨੇ। ਗੁਰੂ ਨਾਨਕ ਸਾਹਿਬ ਦੀ ਸੰਗਤ ਦਾ ਅਸਰ ਉਹਨਾਂ 'ਤੇ ਹੋ ਰਿਹਾ ਹੈ ਜਿਹੜੇ ਅਧਿਕਾਰੀ ਨੇ। ਅਤੇ ਇੱਕ ਉਹ ਸਹਿਜ ਸੁਭਾਅ, ਜਿਹਨਾਂ ਦਾ ਕੋਈ ਪੂਰਬਲਾ ਕਰਮ ਅੱਗੇ ਆ ਗਿਆ, ਮਰਜ ਉਹਨਾਂ 'ਤੇ ਪ੍ਰਸੰਨ ਹੋ ਗਏ। ਅਤੇ ਨਿੰਦਿਆ ਕਰਨ ਵਾਲਿਆਂ ਦੀ ਕਿਰਪਾ ਕਿਉਂ ਨਹੀਂ ਹੋਈ? ਕਿਉਂਕਿ ਉਹ ਜਾਣਨਾ ਨਹੀਂ ਸੀ ਚਾਹੁੰਦੇ, ਸਮਝਣਾ ਨਹੀਂ ਸੀ ਚਾਹੁੰਦੇ। ਪਰ ਗੁਰੂ ਸਾਹਿਬ ਜਦੋਂ ਕਿਤੇ ਮੌਜ ਵਿੱਚ ਆਏ ਹੁੰਦੇ ਆ, ਉਹਨਾਂ ਦਾ ਵੀ ਭਲਾ ਕਰ ਦਿੰਦੇ ਨੇ। ਸੁਲਤਾਨਪੁਰੇ ਮਹਿ ਕੇਤਕ ਮਾਨਵ, ਗਿਆਨ ਸੰਪੰਨ ਭੈ ਸੁਖ ਪਾਈ। ਨੁਤ ਨਿੰਦ ਤਜੀ ਸਮਤਾ ਸਰਜੀ, ਲਰਜੀ ਅਵੇਗ ਕੀ ਫੌਜ ਬਜਾਈ। ਹੁਣ ਇੱਥੇ ਸੁਲਤਾਨਪੁਰ ਲੋਧੀ 'ਚ ਦੱਸਦੇ ਆ, ਕਹਿੰਦੇ ਸਾਰੇ ਬ੍ਰਹਮ ਗਿਆਨੀ ਨਹੀਂ ਬਣੇ, ਕੁਛ ਕੁ ਲੋਕ ਬਣੇ ਜਿਨ੍ਹਾਂ ਨੇ ਗੁਰੂ ਸਾਹਿਬ ਬਾਰੇ ਖੋਜ ਕਰਨੀ ਸ਼ੁਰੂ ਕੀਤੀ ਵੀ ਇਹਨਾਂ ਨੂੰ ਘਾਟਾ ਕਿਉਂ ਨਹੀਂ ਪੈਂਦਾ। ਹਰ ਬੰਦਾ ਇਹਨਾਂ ਨੂੰ ਵੇਖ ਕੇ ਖੁਸ਼ ਹੋ ਜਾਂਦਾ, ਪ੍ਰਸੰਨ ਹੋ ਜਾਂਦਾ ਹੈ। ਇਹ ਦਾਨੀ ਬਹੁਤ ਵੱਡੇ ਆ ਜੋ ਖੋਜ ਕਰਦੇ 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 ਨੇੜੇ ਆਏ, ਫਿਰ ਪਤਾ ਲੱਗਿਆ ਤੇ ਪਰਮਾਤਮਾ ਹੈ, ਇਹ ਤੇ ਪਰਮੇਸ਼ਰ ਹੈ, ਤੇ ਕਹਿੰਦੀ ਕਿਰਪਾ ਹੋਈ ਉਹਨਾਂ ਦੀ। ਕੁਛ ਲੋਕ ਸਨ ਜੋ ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣੇ, ਜਿਨ੍ਹਾਂ ਨੇ ਅਗਿਆਨ ਦੀ ਫੌਜ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਈਰਖਾ, ਦਵੈਸ਼ਤਾ, ਇਹਨਾਂ ਪਾਪਾਂ ਨੂੰ ਛੱਡ ਦਿੱਤਾ, ਤਿਆਗ ਦਿੱਤਾ। ਹੁਣ ਉਹ ਕੀ ਕਰਦੇ ਆ? ਸਤਸੰਗ, ਸਤ ਕਮਾਉਂਦੇ ਆ, ਸ਼ੁਭ ਕਰਮ ਕਰਦੇ ਆ, ਸੱਚ ਬੋਲਦੇ ਆ, ਨਾਮ ਜਪਦੇ ਆ, ਭਗਤੀ ਕਰਦੇ ਆ, ਗਿਆਨੀ ਹੋ ਗਏ, ਵੈਰਾਗੀ ਹੋ ਗਏ, ਤਿਆਗੀ ਹੋ ਗਏ। ਕਹਿੰਦੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋਣ ਲੱਗ ਪਿਆ। ਬੜਿਆਂ ਦੇ ਅੰਦਰ ਨਾਮ ਦੀ ਜੋਤ ਜਗ ਗਈ। ਕਲ ਕਾਲ ਕਰਾਲ ਵਿਸਾਲ ਵਿਖੇ, ਕਿਰਪਾਲ ਗੁਰੂ ਜਨ ਲੀਨ ਬਚਾਈ। ਭਵ ਪਿੰਡ ਵੱਡੇ ਪ੍ਰਚੰਡ ਭਏ,
ਤਿਨ ਖੰਡਨ ਕੋ ਮਨ ਲਾਲਸ ਆਈ। ਇੱਥੇ ਸਤਿਗੁਰ ਜੀ ਲੋਕਾਂ ਦੇ ਪਾਪਾਂ ਨੂੰ ਖੰਡਦੇ ਆ, ਕਰਮਾਂ ਨੂੰ ਖੰਡਦੇ ਆ, ਔਗਣਾਂ ਨੂੰ ਖੰਡਦੇ ਆ। ਖੰਡਦੇ ਉਹਨੂੰ ਜਿਹੜਾ ਚੱਲ ਕੇ ਆਇਆ ਸੀ, ਜਾਂ ਜਿਹੜਾ ਤਰਕ ਕਰਕੇ ਆਇਆ ਵੀ ਮੈਂ ਵੇਖਣਾ ਕਿੱਡਾ ਕੁ ਵੱਡਾ ਹੈ। ਜਿੱਦਾਂ ਸਿੱਧਾ ਆਏ ਮਹਾਰਾਜ ਕੋ ਤਰਕ ਕਰਕੇ ਵੀ ਵੇਖੀਏ ਤੇ ਸਹੀ ਨਾਨਕ ਜੀ ਕਿੱਡੇ ਕੁ ਵੱਡੇ ਆ। ਗਿਆਨ ਦਾ ਹੰਕਾਰ ਸੀ, ਉਹਨਾਂ ਹੰਕਾਰੀਆਂ ਦਾ ਮਾਣ ਗੁਰੂ ਸਾਹਿਬ ਨੇ ਤੋੜਿਆ। ਬੜਿਆਂ ਦਾ ਮਾਣ ਮੋਦੀਖਾਨੇ 'ਚ ਮਰਦ ਤੋੜਦੇ ਰਹੇ। ਬੜਿਆਂ ਨੂੰ ਵੇਖ ਕੇ ਪਰਾਂ ਮੂੰਹ ਕਰ ਲੈਂਦੇ, ਚਲ ਕੋਈ ਗੱਲ ਨਹੀਂ, ਅਜੇ ਕਰਮ ਨਹੀਂ ਆਏ, ਅਜੇ ਸਮਾਂ ਨਹੀਂ ਆਇਆ। ਪਰ ਸਤਿਗੁਰ ਜੀ ਕਿਸੇ ਨਾਲ ਦਵੈਤ ਨਹੀਂ ਕਰਦੇ। ਜੇ ਬੁਰਾਈ ਕਰਨ ਵਾਲਾ ਵੀ ਉਸ ਕਤਾਰ ਵਿੱਚ ਆ ਕੇ ਖੜਿਆ, ਉਹਨੂੰ ਬੜਾ ਕੁਝ ਦੇਤਾ, ਕਿਉਂਕਿ ਹੁਣ ਗੁਰੂ ਸਾਹਿਬ ਮੋਦੀਖਾਨਾ ਵਧਾਉਣਾ ਚਾਹੁੰਦੇ ਆ। ਇਸ ਲਈ ਸਤਿਗੁਰ ਸੰਜਮ ਵਰਤਣ ਲੱਗ ਪਏ। ਲੌਕਿਕ ਰੀਤ ਤੋਂ ਥੋੜਾ ਪਿੱਛੇ ਹਟੇ ਆ। ਲੌਕਿਕ ਰੀਤ ਕੀ ਸੀ? ਅੱਗੇ ਪਰਿਵਾਰ ਵਿੱਚ ਥੋੜਾ ਜਿਹਾ ਗ੍ਰਸਤ ਹੋ ਕੇ ਵਿਖਾਉਂਦੇ ਸੀ, ਪਤਨੀ ਨਾਲ ਵੀ ਉੱਠਦੇ ਬਹਿੰਦੇ ਸੀ, ਭੈਣ ਜੀ ਦੇ ਕੋਲ ਬਹਿ ਕੇ, ਜੀਜਾ ਜੈਰਾਮ ਜੀ ਕੋਲ ਬਹਿ ਕੇ, ਜਾਂ ਸੱਸ ਕੋਲ, ਸਹੁਰਾ ਸਾਹਿਬ ਕੋਲ ਬਹਿ ਕੇ ਗੱਲਾਂ ਕਰ ਲੈਂਦੇ ਸੀ। ਹੁਣ ਉਹਨਾਂ ਚੀਜ਼ਾਂ ਤੋਂ ਦੂਰ ਹਟਣ ਲੱਗ ਪਏ। ਇਹ ਚੋਜ ਸੀ ਪਾਤਸ਼ਾਹ। ਭਾਈ ਬਾਲਾ ਜੀ ਨੂੰ ਸਤਿਗੁਰਾਂ ਨੇ ਪਹਿਲਾਂ ਹੀ ਇਸ਼ਾਰਾ ਕਰਤਾ ਵੀ ਬਾਲਾ ਜੀ ਹੁਣ ਅਸੀਂ ਮੋਦੀਖਾਨੇ ਦੀ ਕਿਰਤ ਨਹੀਂ ਕਰਾਂਗੇ। ਜਿਸ ਕਾਰਜ ਵਾਸਤੇ ਸ੍ਰਿਸ਼ਟੀ ਤੇ ਜਨਮ ਲਿਆ, ਅਵਤਾਰ ਲਿਆ ਕਲਯੁਗ ਦੇ ਸਮੇਂ ਵਿੱਚ, ਕਾਰਜ ਕਰਨਾ ਚਾਹੁੰਦੇ ਹਾਂ। ਭਵ ਲਾਵਨ ਗਿਆਨ ਤਰੋਵਰ ਕੋ ਬਰਬਾਦ ਭਲੀ ਉਰ ਬੀਚ ਵਿਚਾਰੀ। ਮਨ ਨੀਵ ਕੋ ਬੀਜਨ ਪ੍ਰੇਮ ਸੁਨੇਮ ਵਧੰ ਭਗਤੀ ਤੁਕ ਮਲ ਦਿਆਰੀ। ਇੱਥੇ ਸਤਿਗੁਰਾਂ ਨੇ ਅੱਜ ਬੈਠਿਆਂ ਇੱਕ ਉਪਦੇਸ਼ ਬਖਸ਼ਿਸ਼ ਕੀਤਾ ਰੁੱਖ ਦਾ ਵਰਤਾਂਤ ਦੇ ਕੇ। ਕਹਿੰਦੇ ਨਾਮ ਰੂਪ ਬੀਜ ਹਿਰਦੇ ਦੀ ਧਰਤੀ ਵਿੱਚ ਬੀਜਿਆ ਗਿਆ। ਇਹ ਸ਼ਰਧਾ ਰੂਪ ਵੱਡਾ ਹੋਇਆ। ਜਿਵੇਂ ਸ਼ਰਧਾ ਵੱਧਦੀ ਜਾਂਦੀ ਹੈ, ਬੰਦਾ ਧਰਮੀ ਹੁੰਦਾ ਜਾਂਦਾ ਹੈ। ਕਹਿੰਦੇ ਸ਼ਰਧਾ ਦੇ ਨਾਲ ਜਦੋਂ ਇਹ ਬ੍ਰਿਸ਼ ਵੱਡਾ ਹੋਇਆ, ਇਹਦੇ ਤੇ ਛਿਲਕਾ ਆਇਆ। ਛਿਲਕਾ ਮੁੱਢ ਵਿਸ਼ਵਾਸ ਦਾ ਬਣ ਗਿਆ, ਜੋ ਜੜ ਹੈ ਉਹਦੀ, ਕਿਉਂਕਿ ਰੁੱਖ ਦੀ ਜੜ ਹੀ ਰੁੱਖ ਦਾ ਵਿਸ਼ਵਾਸ ਹੈ। ਜਿੱਦਣ ਜੜ ਟੁੱਟ ਜੇ ਹਰ ਬੰਦਾ ਕਹਿੰਦਾ ਵੀ ਇਹ ਗਿਆ। ਉੱਤੋਂ ਵੱਢਿਆ ਜਾਏ, ਟਾਹਣੇ ਲਟਕ ਜਾਣ, ਕਹਿੰਦੇ ਜੜ ਮਜ਼ਬੂਤ ਕਿਤੇ ਨਹੀਂ ਜਾਂਦਾ। ਆਸੇ ਪਾਸੇ ਔਗਣਾਂ ਨੂੰ ਦੂਰ ਕਰਨ ਰੂਪੀ ਸੰਘਣੀ ਹਵਾ ਚੱਲਦੀ। ਕਹਿੰਦੇ ਇਹ ਬ੍ਰਿਸ਼ ਗਿਆਨ ਦਾ ਹੈ, ਹੌਲੀ ਹੌਲੀ ਫਲੀਭੂਤ ਹੋਣ ਲੱਗੇ। ਆ ਜਿੰਨੀਆਂ ਚੀਜ਼ਾਂ ਦੱਸ ਰਹੇ ਨੇ, ਇੱਕ ਸਿੱਖ ਦੇ ਜੀਵਨ ਵਿੱਚ ਜ਼ਰੂਰੀ ਹੈ। ਗਿਆਨ ਇੱਕ ਬ੍ਰਿਸ਼ ਹੈ। ਉਸ ਬ੍ਰਿਸ਼ ਦਾ ਜ਼ਿਕਰ ਅੱਜ ਗੁਰੂ ਨਾਨਕ ਸਾਹਿਬ ਜੀ ਨੇ ਮੋਦੀਖਾਨੇ ਵਿੱਚ ਸਾਰੀ ਸੰਗਤ ਤਾਈਂ ਕੀਤਾ। ਕਹਿੰਦੇ ਭਾਈ ਹਰ ਇੱਕ ਦੀ ਜ਼ਿੰਦਗੀ ਦੇ ਤਲ ਤੇ ਇਹ ਪੌਦਾ ਉਗਣਾ ਚਾਹੀਦਾ। ਹਰ ਦੀ ਜ਼ਿੰਦਗੀ ਦੇ ਵਿੱਚ, ਭਾਵੇਂ ਕੋਈ ਵੀ ਹੈ। ਜਦੋਂ ਤੱਕ ਇਹ ਰੁੱਖ, ਇਹ ਬ੍ਰਿਕਸ਼ ਪੈਦਾ ਨਹੀਂ ਹੁੰਦਾ ਗਿਆਨ ਦਾ, ਉਦੋਂ ਤੱਕ ਕੁਝ ਨਹੀਂ ਬਣਦਾ। ਸਮਤਾ ਅਲਬਾਲ ਕਲਾਲ ਸਤੰ ਸੁਚ ਸੀਨ ਸੀਚਨ ਕੈ ਤਿਤ ਜਾ ਰਖਵਾਰੀ। ਧਰਮ ਅੰਕੁਰ ਸੰਕੁਰ ਕਰਮ ਦਲੰ ਜੇ ਸਾਖ ਬੜੀ ਸੁਮਤੀ ਰਖ ਸੁਖਵਾਰੀ। ਹੁਣ ਇਸ ਬ੍ਰਿਸ਼ ਨੂੰ ਪਾਣੀ ਪੈਂਦਾ ਪ੍ਰੇਮ ਦਾ ਪਾਣੀ ਪਾਉਣਾ ਪੈਣਾ ਹੈ। ਜਿਹੜੀ ਬਰਾਬਰਤਾ ਹੈ, ਮਤਲਬ ਜਾਤ ਪਾਤ ਕੋਈ ਨਹੀਂ ਰੱਖਣੀ, ਵੱਡਾ ਛੋਟਾ ਨਹੀਂ ਰੱਖਣਾ। ਉਹ ਕਹਿੰਦੇ ਕਿਆਰੀਆਂ ਨੇ ਰੁੱਖ ਦੀਆਂ। ਕਿਆਰੀਆਂ ਸਮਤਲ ਹੁੰਦੀਆਂ ਨੇ, ਖਾਲਾਂ ਬਣੀਆਂ ਹੁੰਦੀਆਂ ਨੇ। ਕਹਿੰਦੇ ਫਿਰ ਇਸ ਰੁੱਖ ਦੀਆਂ ਬਾਹਾਂ ਜੋ ਟਾਹਣੀਆਂ ਲੱਗੀਆਂ ਨੇ, ਉਹ ਕੀ ਹੈ? ਉਹ ਇਹਦਾ ਬੜੱਪਣ ਹੈ। ਬੜੱਪਣ ਕੀ ਹੈ? ਸਭਨਾਂ ਦਾ ਸਤਿਕਾਰ ਕਰਨਾ, ਕਿਸੇ ਲਈ ਬੁਰਾਈ ਨਹੀਂ ਲੋਚਣੀ, ਬੁਰਾ ਨਹੀਂ ਕਰਨਾ। ਫਿਰ ਉਹਦੇ ਪ੍ਰਥਾਏ ਮਰਦ ਕਹਿੰਦੇ ਆ ਮਨ ਲੋਚੈ ਬੁਰਾਈਆਂ ਗੁਰ ਸ਼ਬਦੀ ਇਹੋ ਮਨ ਹੋੜੀ ਹੈ। ਕਹਿੰਦੇ ਸ਼ਬਦ ਦਾ ਹੋੜਾ ਦੇ ਕੇ ਮਨ ਨੂੰ ਸਮਝਾ, ਇਹ ਬੁਰਾਈਆਂ ਲੋਚਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਇਹ ਬ੍ਰਿਕਸ਼ ਜਦੋਂ ਪੈਦਾ ਹੋਇਆ, ਇਹਦੇ ਤੇ ਫਲ ਲੱਗਣਾ ਹੈ ਪਰਮੇਸ਼ਰ ਦੇ ਨਾਮ ਦਾ ਪੱਕਿਆ ਹੋਇਆ ਫਲ। ਕਿਉਂਕਿ ਪਹਿਲਾਂ ਬੀਜ ਬੀਜਿਆ ਨਾ, ਹੁਣ ਬੀਜ ਫਲ ਨਹੀਂ ਹੁੰਦਾ। ਬੀਜ ਨੂੰ ਫਲ ਬਣਨ ਵਾਸਤੇ ਬੜਾ ਕੁਛ ਕਰਨਾ ਪੈਂਦਾ ਹੈ। ਪਹਿਲਾਂ ਫੁੱਲ ਬਣੂਗਾ, ਫਿਰ ਕਿਤੇ ਫਲ ਬਣ। ਪਹਿਲੇ ਪਹਿਰੇ ਫੁੱਲੜਾ, ਫਲ ਭੀਰ ਪੱਛਾ ਰਾਤ। ਸਤਿਗੁਰ ਕਹਿੰਦੇ ਰਾਤ ਦਾ ਪਹਿਲਾ ਪਹਿਰ ਹੈ ਫੁੱਲ ਵਰਗਾ ਭਾਈ। ਜਦੋਂ ਤੀਜਾ ਪਹਿਰ ਹੋਣਾ ਨਾ, ਫਿਰ ਉਹ ਕੀ ਹੈ? ਫਲ ਬਣ ਜਾਣਾ। ਵੀ ਜੋ ਤੂੰ ਬੀਜ ਕੇ ਸੋਏਗਾ ਉਹੀ ਅੰਮ੍ਰਿਤ ਵੇਲੇ ਵੱਢੇਗਾ। ਹੁਣ ਜਿਹਨੇ ਸੌਣਾ ਹੀ ਰਾਤ ਨੂੰ 12 ਵਜੇ ਆਖੇ ਬਾਬਾ ਜੀ ਅਰਦਾਸ ਕਰੋ ਜੀ, ਅੰਮ੍ਰਿਤ ਵੇਲਾ ਚਾਹੀਦਾ ਹੈ। ਭਾਈ ਅਰਦਾਸ ਅੰਮ੍ਰਿਤ ਵੇਲੇ ਦੀ ਨਾ ਕਰਾਇਆ ਕਰੋ, ਅਰਦਾਸ ਕਰਾਇਆ ਕਰੋ ਮਹਾਰਾਜ ਸਾਨੂੰ ਸੌਣ ਦਾ ਵੇਲਾ ਬਖਸ਼ੋ। ਟਾਈਮ ਨਾਲ ਸੌਵਾਂਗੇ ਤੇ ਤਾਂ ਉੱਠਾਂਗੇ ਨਾ। ਜਿਹਨੇ ਸੌਣਾ ਹੀ 2 ਵਜੇ ਆਖੇ ਜੀ 3 ਵਜੇ ਅੱਖ ਨਹੀਂ ਖੁੱਲ੍ਹਦੀ, ਕਿੱਥੋਂ ਖੁੱਲੂਗੀ? ਗੁਰੂ ਸਾਹਿਬ ਆਖਦੇ, ਕਹਿੰਦੇ ਪਿਆਰਿਓ ਆ ਜਦੋਂ ਪ੍ਰੇਮ ਦਾ ਫਲ ਪੱਕ ਗਿਆ ਨਾ, ਨਾਮ ਦਾ ਫਲ, ਕਹਿੰਦੇ ਇਹ ਬੜਾ ਆਨੰਦਿਤ ਹੋਏਗਾ।
हथी तोड़ तोड़ के खायो, किरत करनी फल तोड़ के खाना है। हर नाम अपार ही फुल लगे, निज रूप पशान फल्यो फल भारी। रस पूर्ण है सुख आतप मृत, अमृत की छाँव टरै ना टारी। इस रुख की छां अमृत है, फलों नाल लदया होया। फल किहड़े लग गए जी? सत, संतोख, दया, धर्म। धर्म वड्डा है, धर्म बाद विचों आया, पहला धर्म नहीं है। असी धर्मी पहला हो जाते हैं, नाम नूम जपदे ही नहीं, बंदगी करते नहीं, सेवा करते नहीं। महाराज कहते भाई धर्म बड़ी वड्डी चीज़ है, धर्मी होना बहुत वड्डा है। आ दुनिया दे विच लिस्टां 'च धर्म लिखे हुए आ, इन्ने धर्म ने जी, फलाना बंदा आ धर्म छड्ड गया उधर शामिल हो गया। ये राजनीतिक पार्टियां 'च धर्म ने भी, अज सरोपा लिया मैं सिख बन गया, कल छड्डिया मैं कोई होर धर्म 'च चलिया गया। दुनिया तो धर्म ही मन रही है, पर महाराज कहते नहीं, धर्म तेरा जीवन है, धर्म तेरी पैरोकारता है। इस रुख उत्ते लगन वाले फल जद तू चखेगा, इस रुख की छावें बैठेगा, वो छां होएगी अमृत की दात। अमृत की दात गुरु के बचन कहते, ये छां हथी बीजे हुए रुख की होएगी। अपने कीते हुए कर्म तैनूं सकून देणगे जी, ते कीते हुए पाप दुख दिंदे आ ना। बंदे नूं कोई रवाउंदा जी, कोई दुखी करदा नहीं। जद कल्ला बह के रोंदा, इहनूं इहदियां करतूतां सताउंदियां, इहदे कीते माड़े कर्म सताउंदे आ। पता हर बंदे नूं हुंदा मैं कित्थे माड़ा, पर लोकां चारू माड़ा बनना नहीं चाहुंदा। पता सब नूं हुंदा, सानूं भी पता असीं कित्थे कित्थे गलत हाँ, पर अपनियां गलतियां ते पर्दा पा के असीं कहने दूजा गलत आ, मैं चंगा। पर महाराज ने स्पष्ट किया, कहते ज्ञान का रुख, इस रुख उत्ते आके भावना के पंछी बैठणगे। रुख ते आके भावना के पंछी, हुण पंछी उस रुख ते बहिंदे जिते फल ते फुल लगे हो। सफेदियां ते पंछी बहिंदे आ जी, कदे मिलदा नहीं ना कुछ। जिन्ना रुखां ते फल मिलणगे मिठे, उत्थे पंछियां दीयां चीकां सुणनगीਆਂ, चहक चहक सुणोगी, रंग बरंगे पंछी आउणगे। महाराज कहते जदों सतसंग दे विच बैठेगा आके, तैनूं इत्थे सतसंग दे पंछी मिलिया करनगे। फिर ज्ञान का ये बृछ नाम का सोमा होवेगा। बस मोह चरै नह या विद सो, सतसंगत की चौं पासे बारी। खग संत सदा ते सेवत हैं, पुन देवत औरन को उपकारी। इत्थे कहंदे मोह रूप घाह नूं गावां ने चर जाना आके, तेरे कीते कर्मां ने तेरे मोह नूं मार देना है। ते संत रूप पंछी परिंदे ते राही आके बैठा करनगे तेरी शाम। कदों? जिद्दण तू ज्ञान का रुख बन जाएगा, प्रेमी हो जाएगा, नेमी हो जाएगा, सतसंगी बन जाएगा, सहज तेरे विच आ जाऊगा, ठहराव होवे, सहनशीलता होवे। गुरु नानक साहब जी का उपदेश अज लखां लोकां वास्ते सी, हज़ारां लोकां ने जिन्ने मोदी खाने विच बैठे कहते सब ने सुनिया। कई आखदे कहते एवें ज्ञान दीयां गल्लां मारदा है, घाटे वाधे वाला काम है इहदा, जिन्हां नूं समझ नहीं है, जिन्हां नूं सुरत नहीं है। पर इस उपदेश नूं कमाउण वाले जीवन के तल ते उतारदे हन। दोहरा श्री चंद त्रै बरख के अवर अधिक खटन मास। जठर बिखे तय काल में जानो लक्ष्मी दास। इन्हां समयां दौरान कहते 3 साल का समा सी बाबा श्री चंद जी के अवतार धारण करन दा। 3 साल दे हो गए। हुण गुरु नानक साहब जी की उम्र इस वेले 35 साल की है। जो मोदी खाना छड्डण बारे सोचते हैं ना, ये सुनी जाए नाल। 35 सालां की उम्र दे विच साडे माता सुलखणी जी गर्भवती होए हैं। दूसरे पुत्र बाबा लक्ष्मी चंद, जिन्होंने लक्ष्मी दास के नाल भी बोलिया जाता है, पर ना बड़ा कई बार दुख लगता है। एड्डी अनपढ़ता साडे लोकां च धर्म की है। लक्ष्मी दास लक्ष्मी चंद नूं लक्ष्मी चंद ही दसी जाते, समझ नहीं आती भी ना इन्हां लोकां नूं पंजाबी का पता लगे ना हिंदी का पता लगे। बाणी पढ़ते हैं ना, लक्ष्मी तोट ना आवई खाए खर्च रहंदा। इन्हां लोकां नूं पढ़ा लिओ, ये कहणगे लक्ष्मी तोट ना आवई। जिन्हां नूं लक्ष्मी ते लक्ष्मी बोलना नहीं आउंदा, लक्ष्मी दास होए ने। लक्ष्मी चंद नाम का कोई पुत्र नहीं गुरु नानक साहब। बड़े बाबा श्री चंद जी, छोटे लक्ष्मी दास जी। लक्ष्मी लल्ला खखा मम्मे विहारी,
ਇਹ ਨਾਮ ਆ ਉਹਨਾਂ ਦਾ। ਪਰ ਅੱਜ ਸਕੂਲਾਂ ਦੀਆਂ ਕਿਤਾਬਾਂ ਪੜ੍ਹ ਕੇ ਵੇਖੋ, ਲక్ష్ਮੀ ਦਾਸ, ਲక్ష్ਮੀ ਚੰਦ। ਆਉਣ ਵਾਲੀਆਂ ਜਨਰੇਸ਼ਨਾਂ ਪੁੱਛਣਗੀਆਂ ਵੀ ਲక్ష్ਮੀ ਦਾਸ ਕੌਣ ਹੋਇਆ ਜੀ? ਲక్ష్ਮੀ ਚੰਦ ਤੇ ਹੋਇਆ ਸੀ, ਫਿਰ ਕਹਿਣਗੇ ਲక్ష్ਮਣ ਦਾ ਅਵਤਾਰ ਸੀ। ਘੁਮਾ ਫਿਰਾ ਕੇ ਇੱਧਰ ਆ ਜਾਣਾ ਉਹਨਾਂ ਨੇ। ਇਹ ਸਾਜ਼ਿਸ਼ਾਂ ਹੁੰਦੀਆਂ ਨੇ। ਬਾਬਾ ਲక్ష్ਮੀ ਦਾਸ ਜਿਨ੍ਹਾਂ ਦਾ ਅਵਤਾਰ ਹੋਣ ਵਾਲਾ ਹੈ, ਉਦੋਂ ਗੁਰੂ ਨਾਨਕ ਸਾਹਿਬ ਮਹਾਰਾਜ 35 ਵਰ੍ਹਿਆਂ ਦੀ ਉਮਰ ਵਿੱਚ ਨੇ ਤੇ ਬਾਬਾ ਸ੍ਰੀ ਚੰਦ ਜੀ 3 ਸਾਲ ਦੇ ਨੇ, ਜੋ ਆਪਣੀ ਭੂਆ ਜੀ ਦੇ ਕੋਲ ਰਹਿੰਦੇ ਨਾਨਕੀ ਜੀਆਂ ਦੇ ਪਾਸ। ਹੁਣ ਗੁਰੂ ਸਾਹਿਬ ਜਾਣਦੇ ਸੀ, ਆਖਣ ਲੱਗੇ ਬਾਲਿਆ ਇਸ ਪੁੱਤਰ ਦੇ ਅਵਤਾਰ ਤੋਂ ਬਾਅਦ ਇਸ਼ਾਰਾ ਕਰ ਦਿੱਤਾ ਘਰ ਛੱਡ ਦਿਆਂਗੇ, ਫਿਰ ਕਰ ਆਇਆ ਕਰਨਾ ਨਹੀਂ। सिक्खी उदय करन को मोदी कृत त्याग, आगे सुन पर संग सो जिन मन गुर अनुराग। ਹੁਣ ਜਦੋਂ ਸਤਿਗੁਰਾਂ ਨੇ ਇਸ਼ਾਰਾ ਕਰ ਦਿੱਤਾ, ਭਾਈ ਬਾਲਾ ਜੀ ਸਮਝ ਗਏ। ਕਹਿੰਦੇ ਹੁਣ ਨਵਾਂ ਸਟਾਕ ਇਕੱਠਾ ਕਰਨਾ ਬੰਦ ਕਰਤਾ ਮੋਦੀ ਖਾਨੇ ਵਿੱਚ। ਭਾਵ ਕੀ ਹੈ? ਜਦੋਂ ਦੁਕਾਨ ਵਧਾਉਣੀ ਹੈ, ਸਿੱਧਾ ਕਹਿ ਲਈਏ ਬੰਦ ਕਰਨੀ ਹੈ, ਕੌਣ ਖਰੀਦਦਾਰੀ ਕਰਦਾ ਹੁੰਦਾ? ਫਿਰ ਤੇ ਹੁੰਦਾ ਵੀ ਜਿਹੜਾ ਸਮਾਨ ਪਿਆ ਕੱਢ ਦਿਓ। ਭਾਈ ਬਾਲਾ ਜੀ ਦੇ ਸਮੇਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਬਾਲਿਆ ਇਹ ਵੰਡ ਦਿਓ ਜਦੋਂ ਤੱਕ ਵੰਡਿਆ ਜਾਂਦਾ ਹੈ। ਹੁਣ ਘਰ ਛੱਡਾਂਗੇ, ਇਸ ਘਰ ਵਿੱਚ ਨਹੀਂ ਰਹਿਣਾ। ਸਾਨੂੰ ਇਸ ਨਗਰ ਵਿੱਚ, ਇਸ ਸ਼ਹਿਰ ਵਿੱਚ ਘੁੱਟਣ ਮਹਿਸੂਸ ਹੁੰਦੀ ਹੈ। ਇਹ ਗੱਲਾਂ ਗੁਰੂ ਸਾਹਿਬ ਕੇਵਲ ਭਾਈ ਬਾਲਾ ਜੀ ਨਾਲ ਕਰਦੇ, ਕਿਉਂਕਿ ਮਿੱਤਰ ਨੇ, ਕਰੀਬੀ ਨੇ, ਜੀਵਨ ਦੇ ਸਾਥੀ ਕਹਿ ਲਓ। ਜੀਵਨ ਸਾਥੀ ਇਕੱਲੀ ਪਤਨੀ ਨਹੀਂ ਹੁੰਦੀ। ਬੜੇ ਮਿੱਤਰ ਐਸੇ ਹੁੰਦੇ ਜਿਹੜੇ ਸਾਡੇ ਜੀਵਨ ਦੇ ਸਾਥੀ ਹੁੰਦੇ ਆ, ਨਾਲ ਖੜੇ ਹੁੰਦੇ ਸਾਰੀ ਜ਼ਿੰਦਗੀ। ਪਰ ਇੱਥੇ ਦੁਨੀਆ ਦੇ ਜੀਵਨ ਸਾਥੀ ਤਲਾਕ ਵੀ ਲੈ ਲੈਂਦੇ ਆ। ਇਹ ਜ਼ਰੂਰੀ ਨਹੀਂ ਹੈ ਵੀ ਪਤਨੀ ਜੀਵਨ ਸਾਥੀ ਹੈ। ਜੀਵਨ ਸਾਥੀ ਭਾਈ ਬਾਲਾ ਜੀ ਨੇ, ਜਿਨ੍ਹਾਂ ਨੇ ਜੀਵਨ ਭਰ ਗੁਰੂ ਨਾਨਕ ਸਾਹਿਬ ਜੀ ਦਾ ਸਾਥ ਨਿਭਾਇਆ। ਸਾਥ ਮਹਾਰਾਜ ਨੇ ਜਦੋਂ ਇਹ ਬਚਨ ਕੀਤਾ, ਭਾਈ ਬਾਲਾ ਜੀ ਜਾਣਦੇ ਸੀ ਵੀ ਗੁਰੂ ਸਾਹਿਬ ਨੂੰ ਖੇਡ ਵਰਤਾਉਣ ਲੱਗੇ ਆ। ਕੋਈ ਮੋਦੀ ਖਾਨੇ ਤੇ ਮਹਾਰਾਜ ਸਮੇਂ ਨਾਲ ਜਾ ਕੇ ਸ਼ਾਮ ਨੂੰ ਮੁੜੇ ਆਉਂਦੇ ਆ, ਪਹਿਲਾਂ ਹੀ ਆ ਜਾਂਦੇ ਆ। ਗਤੀਵਿਧੀਆਂ ਘੱਟ ਕਰ ਦਿੱਤੀਆਂ, ਵਸਤੂਆਂ ਦੀ ਥੁੜ ਹੁਣ ਆਉਣ ਲੱਗੀ ਐ। सोरठा जे कारण अवतार, चित चित व्यो चेतन सतम, कियो चहत विस्तार, मुक्त पंथ सिੱਖੀ सुमत। ਇੱਕ ਦਿਨ ਸਹਿਜ ਸੁਭਾਅ ਸਤਿਗੁਰ ਘਰ ਬੈਠੇ ਆ, ਨੇਤਰ ਬੰਦ ਕੀਤੇ ਆ, ਮਨ ਵਿੱਚ ਫੁਰਨਾ ਆਉਂਦਾ ਹੈ ਵੀ ਜਿਸ ਕਾਰਜ ਕਰਕੇ ਅਸੀਂ ਅਵਤਾਰ ਧਾਰਨ ਕੀਤਾ ਉਹ ਤੇ ਅਜੇ ਵੀ ਅਧੂਰਾ ਪਿਆ। ਆ ਦੁਕਾਨ ਕਰਨ ਵਾਸਤੇ ਥੋੜਾ ਜਨਮ ਲਿਆ ਸੀ, ਇਹ ਮੋਦੀ ਖਾਨਾ ਖੋਲ੍ਹਣ ਵਾਸਤੇ ਥੋੜਾ ਅਵਤਾਰ ਧਾਰਨ ਕੀਤਾ ਹੈ। ਉਹ ਮਕਸਦ ਹੋਰ ਹੈ ਕੋਈ, ਕਲਯੁਗ ਦੇ ਜੀਵਾਂ ਦਾ ਉਧਾਰ ਕਰਨਾ, ਨਾਮ ਦਾ ਛਿੱਟਾ ਦੇਣਾ ਇਸ ਧਰਤੀ ਤੇ ਨਹੀਂ, ਸੰਪੂਰਨ ਬ੍ਰਹਿਮੰਡ ਵਿੱਚ। ਇਹ ਤੇ ਸਾਡੀ ਸੋਚ ਛੋਟੀ ਆ। ਅਸੀਂ ਜਿਹੜਾ ਗੁਰੂ ਨਾਨਕ ਸਾਹਿਬ ਦਾ ਮਾਰਗ ਬਣਾ ਕੇ ਕਹਿ ਦਿੰਦੇ ਨਾ ਵੀ ਇੱਥੋਂ ਇੱਥੇ ਆਹ ਕੰਟਰੀ 'ਚ ਗਏ, ਆਹ ਹੁਣ ਅੱਧੇ ਤੇ ਕਹਿਣ ਲੱਗ ਗਏ ਲੈ ਮਰਦ ਸਮੁੰਦਰਾਂ ਦੇ ਕਿਵੇਂ ਚਲੇ ਗਏ ਜੀ, ਆਸਟ੍ਰੇਲੀਆ ਕਿੱਦਾਂ ਚਲੇ ਗਏ ਸੀ ਗੁਰੂ ਨਾਨਕ ਸਾਹਿਬ ਮਹਾਰਾਜ, ਕੈਨੇਡਾ ਕਿੱਦਾਂ ਚਲੇ ਗਏ ਸੀ ਜੀ, ਇੱਥੇ ਕਿਵੇਂ ਚਲੇ ਗਏ? ਕੋਈ ਆਪਣੇ ਵਰਗਾ ਹੀ ਸਮਝਿਆ। ਪੜ੍ਹੋ ਇਤਿਹਾਸ ਮਹਾਰਾਜ ਦਾ। ਫਿਰ ਉਹ ਗੱਲਾਂ ਕਰਨਗੇ ਉਦੋਂ ਸ਼ਿਪ ਚੱਲਦੇ ਹੁੰਦੇ ਸੀ, ਜਹਾਜ਼ ਚੱਲਦੇ ਸੀ। ਮਤਲਬ ਅਸੀਂ ਗੁਰੂ ਸਾਹਿਬ ਨੂੰ ਵਿਅਕਤੀ ਸਮਝੀ ਫਿਰਦੇ, ਬੰਦਾ ਸਮਝੀ ਨਹੀਂ। ਭਾਈ ਪਰਮਾਤਮਾ ਨੇ ਜਿਹਨੇ ਇੰਨੇ ਵੱਡੇ ਖੰਡ, ਬ੍ਰਹਿਮੰਡ, ਸੂਰਜ, ਚੰਦ ਲੱਖਾਂ ਬਣਾਤੇ, ਕਰੋੜਾਂ, ਤੂੰ ਉਸ ਹਸਤੀ ਨੂੰ ਕਿਵੇਂ ਗਣ ਸਕਦਾ? ਤੇਰੀ ਔਕਾਤ ਕੀ ਆ ਮਨਾ? ਤੂੰ ਉਸ ਰੱਬ ਨੂੰ ਕਿਸੇ ਪੈਰਾਮੀਟਰ ਵਿੱਚ ਬੰਨੇ। ਗੁਰੂ ਨਾਨਕ ਸਾਹਿਬ ਮਹਾਰਾਜ ਇਕੱਲੇ ਇੱਕ ਧਰਤੀ ਤੇ ਨਹੀਂ, ਦਸਤਗੀਰ ਪੀਰ ਦੇ ਪੁੱਤਰ ਨੂੰ ਲੱਖਾਂ ਧਰਤੀਆਂ ਤੇ ਫੇਰੀ ਪਵਾ ਕੇ ਲੈ ਕੇ ਆਏ ਆ। ਜਿੱਥੇ ਗਏ ਆ ਉੱਥੇ ਚਰਨ ਨਹੀਂ ਪਏ, ਉਹਨਾਂ ਧਰਤੀਆਂ ਤੇ ਨਹੀਂ ਗਏ। ਅਸੀਂ ਤੇ ਕੇਵਲ 2 ਗਲੈਕਸੀਆਂ ਨੂੰ ਜਾਣਦੇ ਆ ਨਾ। ਇੱਕ ਆ ਸਾਡੀ ਗਲੈਕਸੀ ਹੈ ਮਿਲਕੀ ਵੇ, ਜਿਸ 'ਚ ਲੱਖਾਂ ਹੀ ਧਰਤੀਆਂ, ਪਤਾਲ, ਪਤਾ ਨਹੀਂ ਕਿੰਨੇ ਕਿੰਨੇ ਤਾਰੇ ਆ, ਗਿਣਤੀ 'ਚ ਨਹੀਂ ਹੈਗੇ। ਤੇ ਇੱਕ ਸਾਇੰਸ ਨੇ ਹੋਰ ਲੱਭੀ ਹੋਈ ਹੈ, ਜਿਹਨੂੰ ਐਂਡਰੋਮੇਡਾ ਬੋਲਿਆ ਜਾਂਦਾ ਹੈ। ਉਹ ਗਲੈਕਸੀ ਸਾਡੇ ਤੋਂ ਕਿੰਨੇ 100 ਪ੍ਰਕਾਸ਼ ਵਰ੍ਹਾ ਦੂਰ ਹੈ। ਉਹਦੇ ਵਿੱਚ ਆਪਣੇ ਸੂਰਜ, ਚੰਦ, ਤਾਰੇ, ਆਪਣੀਆਂ ਧਰਤੀਆਂ ਲੱਖਾਂ ਹੀ ਨੇ। ਸਾਡੀ ਗਲੈਕਸੀ ਵਿੱਚ, ਸਾਡੇ ਸੌਰ ਮੰਡਲ ਦੇ ਵਿੱਚ ਅੱਜ ਤੱਕ ਵਿਗਿਆਨ ਤੋਂ ਗਿਣਿਆ ਨਹੀਂ ਗਿਆ ਵੀ ਕਿੰਨੇ ਤਾਰੇ, ਕਿੰਨੀਆਂ ਧਰਤੀਆਂ, ਕਿੰਨੇ ਸੂਰਜ, ਕੀ ਕੁਛ ਹੈ। ਅੱਜ ਤੇ 2 ਹੀ ਲੱਭੀਆਂ, ਅਰਬਾਂ ਖਰਬਾਂ ਪਈਆਂ ਨੇ। ਰੱਬ ਲਈ ਤੇ ਗਲੈਕਸੀਆਂ ਇੱਦਾਂ ਨਹੀਂ ਜਿੱਦਾਂ ਸਾਡੀਆਂ ਪੈਰਾਂ 'ਚ ਚੱਕਰੀਆਂ ਚੱਲਦੀਆਂ ਛੋਟੀਆਂ ਛੋਟੀਆਂ। ਉਹਦੇ ਲਈ ਇਹ ਕੁਛ ਹੈ, ਬੜਾ ਬੇਅੰਤ, ਬੜਾ ਡਾਢਾ ਏ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਮਿਸ਼ਨ ਬ੍ਰਹਿਮੰਡ ਨੂੰ ਤਾਰਨ ਦਾ ਏ, ਇਕੱਲਾ ਇਸ ਧਰਤੀ ਦਾ ਜ਼ਿਕਰ ਨਹੀਂ ਹੈ। ਇਹ ਸਾਡੀ ਸੌੜੀ ਸੋਚ ਆ। ਅਸੀਂ ਗੁਰੂ ਸਾਹਿਬ ਨੂੰ ਕੇਵਲ ਇੱਥੋਂ ਤੱਕ ਰੱਖ ਲੈਂਦੇ ਵੀ ਨਹੀਂ ਜੀ ਮਹਾਰਾਜ ਇੱਥੇ ਗਏ, ਇੱਥੇ ਗਏ, ਇੱਥੇ ਨਹੀਂ ਗਏ। ਹੁਣ ਉਹ ਕਿਹੜੀ ਧਰਤੀ ਜਿੱਥੇ ਨਹੀਂ ਗਏ? ਸਿੱਧਾ ਨਾਲ ਚਰਚਾ ਕੀਤੀ ਸੁਮੇਰ ਪਰਬਤ 'ਤੇ। ਕਿੱਥੇ ਆ ਸੁਮੇਰ ਪਰਬਤ? ਕਰੋ ਗੂਗਲ, ਲੱਭੋ ਪਹਿਲਾਂ।
ਸੁਮੇਰ ਪਰਬਤ ਦੀ ਕਿਹੜੀ ਚੋਟੀ ਜਿੱਥੇ ਅਜੇ ਤੱਕ ਕੋਈ ਜਾ ਨਹੀਂ ਸਕਿਆ, ਉੱਥੇ ਵੀ ਗਏ ਆ। ਉਹ ਤੋਂ ਉੱਪਰ ਬਥੇਰੇ ਬ੍ਰਹਿਮੰਡਾਂ ਖੰਡਾਂ, ਧਰੂ ਦੀ ਪੁੜੀਆ, ਧਰੂ ਦਾ ਤਾਰਾ ਸਾਨੂੰ ਰੋਜ਼ ਦਿਸਦਾ ਹੈ। ਦੱਸੋ ਜੀ ਕਿਹੜਾ ਸਾਇੰਟਿਸਟ ਗਿਆ ਅਜੇ ਤੱਕ ਧਰੂ ਤਾਰੇ ਤੇ? ਕਿਹੜੀ ਨਾਸਾ ਵਾਲੇ ਗਏ? ਪਹੁੰਚਿਆ ਕੋਈ ਅਜੇ ਤੱਕ? ਨਹੀਂ ਨਾ। ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਉੱਥੇ ਭਗਤ ਧਰੂ ਨਾਲ ਵੀ ਜ਼ਿਕਰ ਕਰਕੇ ਆਏ ਆ, ਉਹਦੇ ਨਾਲ ਬਹਿ ਕੇ ਵੀ ਚਰਚਾ ਕਰਕੇ ਆਏ। ਮੇਰੇ ਕਹਿਣ ਦਾ ਭਾਵ ਇਹ ਹੁੰਦਾ ਹੈ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਅਸੀਂ ਅੰਡਰ ਐਸਟੀਮੇਟ ਆਪਣੀਆਂ ਗੰਦੀ ਅਕਲ ਨਾਲ ਨਾ ਕਰੀਏ। ਉਹ ਪਰਮੇਸ਼ਵਰ ਨੇ, ਪਰਮਾਤਮਾ ਨੇ, ਬ੍ਰਹਿਮੰਡ ਦੇ ਮਾਲਕ ਨੇ। ਉਹਨਾਂ ਇਸੇ ਕਰਕੇ ਮਨ ਹੀ ਮਨ ਸੋਚਿਆ ਸਾਡੇ ਆਉਣ ਦਾ ਮਕਸਦ ਕੀ ਹੈ, ਕੀ ਹੈ ਕਾਰਨ? ਉਹ ਕਾਰਨ ਸੀ ਕਲਯੁੱਗ ਦੇ ਤਪਦੇ ਲੋਕਾਂ ਨੂੰ ਠਾਰਨਾ, ਸਿੱਧੇ ਰਾਹ ਪਾਉਣਾ। ਕਿਉਂਕਿ ਗੁਰੂ ਸਾਹਿਬ ਕਦੋਂ ਆਏ ਆ? ਭਾਈ ਗੁਰਦਾਸ ਲਿਖਦੇ ਆ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਚਾਨਣ ਤਾਂ ਹੋਇਆ ਜੇ ਪਹਿਲਾਂ ਹਨੇਰਾ ਸੀ। ਹਨੇਰਾ ਕਾਹਦਾ? ਪਾਪਾਂ ਦਾ, ਮਾੜੇ ਕਰਮਾਂ ਦਾ, ਪਖੰਡ ਦਾ ਜੋ ਮਨੁੱਖ ਸੀ ਉਸ ਵੇਲੇ। ਬੋਲ ਬਾਲਾ ਸਾਰੇ ਧਰਮਾਂ 'ਚ ਪਖੰਡ ਸੀ ਉਦੋਂ, ਅੱਜ ਵੀ ਹੈ, ਪਰ ਉਦੋਂ ਜਿੰਨਾ ਅੱਜ ਨਹੀਂ ਹੈ, ਜਿੰਨਾ ਉਦੋਂ ਸੀ ਜਦੋਂ ਮਹਾਰਾਜ ਆਏ ਆ। ਗੁਰੂ ਨਾਨਕ ਸਾਹਿਬ ਜੀ ਨੇ ਜੇਕਰ ਮਨ ਹੀ ਮਨ ਕੀਤਾ ਵੀ ਕਿਉਂ ਨਾ ਇਹਨਾਂ ਕੰਮਾਂ ਨੂੰ ਛੱਡ ਦਈਏ, ਤੇ ਭਾਈ ਬਾਲਾ ਜੀ ਨੂੰ ਇਸ਼ਾਰਾ ਕੀਤਾ ਹੋਇਆ ਤੇ ਸਤਿਗੁਰਾਂ ਨੇ ਫੁਰਨਾ ਬਣਾਇਆ ਵੀ ਇਹ ਕਾਰਜ ਸੁਲਤਾਨਪੁਰ ਦੀ ਧਰਤੀ ਤੋਂ ਸ਼ੁਰੂ ਕਰੀਏ। ਬੜੇ ਵੱਡੇ ਭਾਗ ਨੇ ਜੀ ਤੁਹਾਡੇ ਜਿਨ੍ਹਾਂ ਨੂੰ ਇਹ ਕਥਾ ਸੁਣਨ ਦਾ ਸੁਭਾਗ ਮਿਲਿਆ। ਨਹੀਂ ਤਕਰੀਬਨ YouTube ਤੇ ਇੰਟਰਨੈਟ ਤੇ ਲੋਕ ਇੰਨਾ ਕਿ ਸੁਣ ਲੈਂਦੇ ਆ 5-7 ਸਾਖੀਆਂ ਗੁਰੂ ਸਾਹਿਬ ਦੇ ਵਰਥ ਬਾਰੇ, ਜੋਤੀ ਜੋਤ ਬਾਰੇ। ਕਿਸੇ ਸਿੱਖ ਨੂੰ ਬਹੁਤਾ ਨਹੀਂ ਪਤਾ ਉਹਨਾਂ ਨੂੰ ਹੈ ਜੋ ਕਿਸੇ ਵੀ ਅਸਥਾਨ ਤੇ ਜਾ ਕੇ ਇਤਿਹਾਸ ਸੁਣਦੇ ਆ। ਜਿੱਦਣ ਸੁਣੋਗੇ ਆਪਣੇ ਬੱਚਿਆਂ ਨੂੰ ਸੁਣਾਓਗੇ, ਕਿਤੇ ਨਾ ਕਿਤੇ ਅਸਰ ਤੇ ਆਊ ਕਿਸੇ ਦੇ। 100 'ਚ ਤੁਸੀਂ 2 ਪ੍ਰਸੰਗ ਸੁਣਾ ਦੋਗੇ, 4 ਸੁਣਾ ਦੋਗੇ, ਅੱਗੇ ਕੋਈ ਸੁਣਾਊ ਤਾਂ ਗੱਲ ਬਣਦੀ ਹੈ, ਤਾਂ ਪਤਾ ਲੱਗਦਾ ਵੀ ਗੁਰੂ ਸਾਹਿਬ ਦਾ ਇਤਿਹਾਸ ਕੀ ਹੈ। ਹੁਣ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਬਾਲਾ ਜੀ ਨੂੰ ਜਦੋਂ ਇਹ ਬਚਨ ਆਖੇ, ਭਾਈ ਬਾਲਾ ਜੀ ਮੋਦੀ ਖਾਨੇ ਤੇ ਘੱਟ ਰਹਿੰਦੇ ਆ, ਹੁਣ ਵਧਾਉਣਾ ਸ਼ੁਰੂ ਕੀਤਾ ਹੋਇਆ ਮੋਦੀ ਖਾਨਾ। ਛੱਡ ਵੀ ਜਾਣਗੇ, ਘਰੇ ਆ ਜਾਂਦੇ, ਚੁੱਪ ਰਹਿੰਦੇ ਆ, ਬਹੁਤਾ ਕਿਸੇ ਨਾਲ ਬੋਲਦੇ ਨਹੀਂ। ਦੋਹਰਾ ਬਾਲੇ ਸੋ ਬੋਲੇ ਪ੍ਰਭੂ, ਜਗਤ ਲਾਜ ਕੋ ਛੋਰ, ਅਪਰ ਰੀਤ ਬਰਤੈ ਅਭੈ, ਰਹੋ ਬੇਬੇ ਕਰ ਔਰ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਬਾਲਾ ਜੀ ਨੂੰ ਅੱਜ ਮੋਤੀ ਖਾਨੇ ਤੋਂ ਬੁਲਾ ਲਿਆ, ਕੋਲ ਬਿਠਾ ਲਿਆ। ਕਹਿੰਦੇ ਬਾਲਾ ਜੀ ਲੋਕਾਂ ਨੇ ਹੁਣ ਤੱਕ ਕੀ ਕਿਹਾ ਸਾਨੂੰ ਫਰਕ ਨਹੀਂ ਹੈ, ਲੋਕ ਸਾਡੇ ਬਾਰੇ ਕੀ ਕਹਿਣਗੇ ਸਾਨੂੰ ਇਹਦਾ ਵੀ ਕੋਈ ਫਰਕ ਨਹੀਂ, ਪਰ ਅਸੀਂ ਹੁਣ ਲੌਕਿਕ ਰੀਤ ਛੱਡਣ ਲੱਗੇ ਹਾਂ। ਉਹ ਕੀ ਹੈ? ਸਿੱਧਾ ਇਸ਼ਾਰਾ ਸੀ ਅਸੀਂ ਆਪਣਾ ਪਰਿਵਾਰ ਛੱਡਣ ਲੱਗੇ। ਲੋਕ ਕਿਹੜੇ ਆ? ਸੱਸ ਚੰਦੋ ਰਾਣੀ, ਸਹੁਰਾ ਮੂਲ ਚੰਦ ਜੀ, ਪਿਤਾ ਕਲਿਆਣ ਚੰਦ, ਮਾਂ ਤ੍ਰਿਪਤਾ। ਇਹ ਦੁਨੀਆ ਦੇ ਲੋਕ ਨੇ ਉਸ ਵੇਲੇ ਦੇ ਬਚਨਾਂ ਦੇ ਮੁਤਾਬਿਕ। ਇਹ ਕੀ ਕਹਿਣਗੇ ਸਾਨੂੰ ਫਰਕ ਨਹੀਂ ਪੈਂਦਾ। ਅੱਗੇ ਕਹਿੰਦੇ ਸੀ ਮਰਦ ਤੁਸੀਂ ਵਿਆਹ ਕਰਾਇਆ, ਕਬੀਲਦਾਰ ਕਿਉਂ ਨਹੀਂ ਹੁੰਦੇ, ਤੁਸੀਂ ਇਹ ਕਿਉਂ ਨਹੀਂ ਕਰਦੇ। ਮਰਦ ਕਹਿੰਦੇ ਜਿਹਨੇ ਜੋ ਕਹਿਣਾ ਕਹੀ ਜਾਵੇ। ਬਾਲਾ ਜੀ ਸਾਡੀ ਬੇਨਤੀ ਹੈ ਤੁਸੀਂ ਵੀ ਅੱਜ ਤੋਂ ਬਾਅਦ ਭੈਣ ਜੀ ਦੇ ਘਰ ਰਹਿਣਾ ਹੈ। ਭਾਈ ਬਾਲਾ ਜੀ ਦੇ ਨੇਤਰ ਭਰੇ ਆ ਗਏ। ਮੈਂ ਤੇ ਸੱਜਣਾ ਜ਼ਿੰਦਗੀ ਤੇਰੇ ਨਾਲ ਲਾਈ ਤੇ ਤੁਸੀਂ ਕਹਿੰਦਾ ਘਰੇ ਰਿਹਾ ਕਰੋ। ਭਾਵ ਭਾਈ ਬਾਲੇ ਨੂੰ ਨਾਲ ਰੱਖਣਾ ਨਹੀਂ ਚਾਹੁੰਦੇ ਕੁਝ ਸਮੇਂ ਵਾਸਤੇ, ਕੁਝ ਖਾਸ ਹੋਣ ਲੱਗਿਆ। ਕਹਿੰਦੇ ਜਾ ਮੋਦੀ ਖਾਨੇ ਰਿਹਾ ਕਰ, ਜਾਂ ਘਰ ਰਿਹਾ ਕਰ। ਬਾਲਿਆ ਸਾਡੇ ਨਾਲ ਨਹੀਂ ਫਿਰਨਾ। ਕਹਿੰਦੇ ਸਤਿਗੁਰ ਸਵਾਲ ਨਹੀਂ ਕੀਤਾ ਸਿੱਖ ਨੇ ਵੀ ਮਹਾਰਾਜ ਮੈਂ ਤੁਹਾਡੇ ਪਿੱਛੇ ਘਰ ਛੱਡ ਕੇ ਆਇਆ ਜੀ, ਤੁਹਾਡੇ ਪਿੱਛੇ ਮੇਰੀ ਜ਼ਬਾਨੀ ਲੰਘਦੀ ਜਾਂਦੀ ਹੈ, ਤੁਸੀਂ ਅੱਜ ਮੈਨੂੰ ਕਹਿੰਦੇ ਹੋ ਭੈਣ ਜੀ ਦੇ ਘਰ ਰਹਿ ਕੇ ਸਮਾਂ ਪਾਸ ਕਰਿਆ ਕਰ, ਬਾਲਿਆ ਸਾਡੇ ਨਾਲ ਬਾਹਰ ਨਾ ਜਾਇਆ ਕਰ। ਹੁਣ ਮਹਾਰਾਜ ਨੇ ਸੁਲਤਾਨਪੁਰ ਦੀਆਂ ਜੂਹਾਂ ਤੋਂ ਨਿਕਲਣਾ ਸ਼ੁਰੂ ਕਰਤਾ। ਭਾਈ ਬਾਲਾ ਭੈਣ ਜੀ ਦੇ ਘਰ ਰਹਿਣ ਲੱਗ ਪਏ, ਭੈਣ ਦੇ ਕੋਲ ਬਹਿੰਦੇ ਆ, ਗੁਰੂ ਨਾਨਕ ਸਾਹਿਬ ਦੀ ਮਹਿਮਾ ਕਰਦੇ ਰਹਿੰਦੇ ਆ। ਜੀਜਾ ਜੈ ਰਾਮ ਨਾਲ ਬਹਿ ਕੇ ਗੱਲਾਂ ਕਰਦੇ ਆ। ਉਹ ਪੁੱਛਦੇ ਆ ਕਹਿੰਦੇ ਮਹਾਰਾਜ ਨੂੰ ਕੀ ਹੋਇਆ? ਕਹਿੰਦੇ ਭੈਣੇ ਮੇਰੀ ਇਹ ਮੈਨੂੰ ਵੀ ਨਹੀਂ ਪਤਾ ਕਿਹੜੀਆਂ ਰੰਗਾਂ ਵਿੱਚ ਰਹਿੰਦੇ ਨੇ। ਤਥਾ ਭਗੀਰਥ ਸੋ ਪਨਿਓ, ਕਬ ਕਬ ਦਰਸੋ ਆਏ, ਪੂਰਬ ਕੇ ਵਿਵਹਾਰ ਜੋ, ਤਿਨਹੂ ਨਾ ਅਬ ਮਨ ਲਿਆਏ। ਹੁਣ ਰਹਿ ਗਏ ਸੀ ਭਾਈ ਭਗੀਰਥ। ਤੁਹਾਡੇ ਮਨ 'ਚ ਵੀ ਫੁਰਨਾ ਆਉਣਾ ਵੀ ਭਾਈ ਭਗੀਰਥ ਦਾ ਤੇ ਮੁੜ ਕੇ ਜ਼ਿਕਰ ਹੀ ਨਹੀਂ ਆਇਆ। ਇੱਕ ਦਿਨ ਸਤਿਗੁਰਾਂ ਨੇ ਉਹਨਾਂ ਨੂੰ ਵੀ ਬੁਲਾ ਲਿਆ। ਕਹਿੰਦੇ ਭਾਈ ਭਗੀਰਥ ਤੇਰੀ ਸੇਵਾ ਤੋਂ ਬੜੇ ਪ੍ਰਸੰਨ ਆ ਭਾਈ, ਤੇਰੇ ਦਰਸ਼ਨ ਸਾਡੇ ਦਰਸ਼ਨ ਹੋਇਆ ਕਰਨਗੇ। ਹੁਣ ਆਪਣੇ ਪਿੰਡ ਜਾ ਕੇ, ਨਗਰ ਜਾ ਕੇ, ਘਰ ਜਾ ਕੇ ਸਤ ਸੰਗ ਕਰੋ। ਬ੍ਰਹਮ ਗਿਆਨੀ ਹੋ ਤੁਸੀਂ। ਭਾਈ ਭਗੀਰਥ ਕਹਿੰਦਾ ਮਹਾਰਾਜ ਜੀ ਦਰਸ਼ਨਾਂ ਦੀ ਤਾਂ ਹੋਈ। ਗੁਰੂ ਸਾਹਿਬ ਕਹਿੰਦੇ ਆਪ ਹੀ ਆ ਜਾਇਆ ਕਰਾਂਗੇ।
ਜਦ ਚੇਤੇ ਕਰੇਗਾ ਅਸੀਂ ਆਪ ਆਵਾਂਗੇ। ਭਾਈ ਭਗੀਰਥ ਨੇ ਸਿੱਜ ਲੱਖਾਂ ਦੇ ਨਾਲ ਮਰਦ ਤੋਂ ਵਿਦਾਇਗੀ ਲਈ, ਜੀ ਨਹੀਂ ਸੀ ਕਰਦਾ ਜਾਣ। ਜਿਸ ਰੱਬ ਨੇ ਜ਼ਿੰਦਗੀ ਜਿਉਣੀ ਸਿਖਾਈ ਹੋਵੇ ਉਹ ਤੋਂ ਵਿਛੜਿਆ ਜਾ ਸਕਦਾ ਜੀ। ਲੈ ਕੇ ਸਤਿਗੁਰਾਂ ਤੋਂ ਪ੍ਰੇਮ ਦਾ ਥਾਪੜਾ ਭਾਈ ਭਗੀਰਥ ਆਪਣੇ ਪਿੰਡ ਮਲਸੀਆਂ ਚੱਲ ਕੇ ਆ ਗਏ, ਜੋ ਕਪੂਰਥਲੇ ਦੇ ਨੇੜੇ ਪੈਂਦਾ ਜਲੰਧਰ ਡਿਸਟ੍ਰਿਕਟ ਦੇ ਵਿੱਚ ਆਏ ਨੇ। ਮਨ ਬੜਾ ਭਾਵੁਕ ਹੈ, ਬੜਾ ਵਰਾਗੀ ਹੈ, ਚੁੱਪ ਚਪੀਤੇ ਚੌਂਕੜੇ 'ਚ ਬੈਠੇ ਰਹਿੰਦੇ ਆ। ਦੁਨੀਆ ਹੈਰਾਨ ਹੈ, ਕਹਿੰਦੇ ਇਹ ਵਿਅਕਤੀ ਦੁਨੀਆ ਦੀ ਚੌਧਰ ਛੱਡ ਕੇ ਗਿਆ ਤੇ ਚੌਧਰ ਨਾਮ ਦੀ ਚੀਜ਼ ਹੀ ਕੋਈ ਨਹੀਂ ਇਹਦੇ ਕੋਲ। ਬੜਾ ਨਿਮਰਤਾਵਾਨ ਹੈ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਬਾਲਾ ਜੀ ਨੂੰ ਘਰ ਭੇਜ ਦਿੱਤਾ, ਭੈਣ ਜੀ ਦੇ ਘਰ ਰਹਿੰਦੇ ਨੇ, ਜੀਜਾ ਜੈ ਰਾਮ ਜੀ ਦੇ ਕੋਲੇ, ਤੇ ਆਪ ਗੁਰੂ ਸਾਹਿਬ ਕਦੇ ਕਦਾਈ ਘਰ ਵੜਦੇ ਆ, ਕਦੇ ਕਦਾਈ। ਮੋਦੀਖਾਨਾ ਤੇ ਹੁਣ ਘੱਟ ਵੱਧ ਹੀ ਖੁੱਲ੍ਹਦਾ ਹੈ, ਕਿਉਂਕਿ ਵਧਾਉਣਾ ਚਾਹ ਰਹੇ ਆ, ਵਧਾ ਰਹੇ ਉਸ ਪਾਸੇ। ਚੁੱਪ ਚਪੀਤੇ ਸਤਿਗੁਰ ਹੁਣ ਸ਼ਾਂਤ ਰਹਿੰਦੇ ਨੇ। ਸਈਆ ਏਕ ਸਮੇਂ ਜਲ ਈਸ਼ਰ ਕੋ, ਸੁਖ ਰਾਸ ਆਕਾਸ਼ ਭਈ ਸੁਭ ਬਾਣੀ। ਉਸ ਵੇਲੇ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸੁਲਤਾਨਪੁਰ ਦੀ ਧਰਤੀ ਤੇ ਵਿਚਰਦੇ ਨੇ, ਜਲ ਈਸ਼ਵਰ, ਜਲ ਦਾ ਦੇਵਤਾ ਜਿਹਨੂੰ ਵਰਨ ਕਿਹਾ ਜਾਂਦਾ ਹੈ, ਨਿਰੰਕਾਰ ਵੱਲੋਂ ਆਕਾਸ਼ਬਾਣੀ ਹੋਈ ਹੈ ਜਲ ਦੇਵਤੇ ਨੂੰ, ਕੋਈ ਭਾਗਾਂ ਵਾਲਾ ਤੂੰ, ਤੇਰੇ ਕਿਨਾਰੇ ਤੇ ਰੱਬ ਆਪ ਵਿਚਰਦਾ, ਸਾਡਾ ਸਰਗੁਣ ਰੂਪ ਰੱਬ ਦੇ ਕੋਲ। ਕਈ ਵਾਰ ਨਾ ਮਨ 'ਚ ਖਿਆਲ ਲੋਕਾਂ ਦੇ ਆ ਜਾਂਦਾ ਹੈ, ਜਦੋਂ ਸਮਝ ਨਹੀਂ ਹੁੰਦੀ ਵੀ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਰੱਬ ਨੂੰ ਜਪੋ। ਯਾਰ ਰੱਬ ਹੋਰ ਹੈ ਤੇ ਗੁਰੂ ਨਾਨਕ ਹੋਰ ਨੇ, ਇਹ ਕੀ ਚੱਕਰ? ਹੋਰ ਨਹੀਂ ਨੇ, ਹੈ ਕੋਈ ਨੇ। ਇੱਕ ਨਿਰੰਕਾਰ ਹੈ ਜੋ ਨਿਰਗੁਣ ਰੂਪ ਹੈ, ਜਿਹਦੇ ਵਿੱਚ ਰੂਪ ਰੰਗ ਆਕਾਰ ਭੇਦ ਕੱਖ ਵੀ ਨਹੀਂ ਦਿਸਦਾ। ਇੱਕ ਸਰਗੁਣ ਸਰੂਪ ਹੈ, ਫਿਜ਼ੀਕਲ ਬਾਡੀ, ਜਿਸ ਵਿੱਚ ਉਹ ਆਪ ਚੱਲ ਕੇ ਆਇਆ ਹੋਇਆ, ਆਪ ਜਿਹਨੇ ਰੂਪ ਧਾਰਨ ਕੀਤਾ। ਹੁਣ ਸੌਖਾ ਜਿਹਾ ਸਮਝ ਲਈਏ, ਕਈ ਵਾਰ ਕੋਈ ਆਪਾਂ ਸਾਰੇ ਜੰਨੇ ਆਪਾਂ ਇੱਕ ਚਲੋ ਸਮਝਣ ਵਾਲੀ ਗੱਲ ਹੈ, ਸਰਗੁਣ ਰੂਪ ਆਪਾਂ, ਫਿਜ਼ੀਕਲ ਬਾਡੀ ਹੈ ਸਾਡੇ ਕੋਲ। ਜਿੱਦਣ ਆਪਾਂ ਮਰ ਜਾਣਾ, ਪੈਸੇ ਪੂਸੇ ਸਾਡੇ ਬੈਂਕਾਂ 'ਚ ਪਏ ਆ, ਮਰ ਕੇ ਗਿੜੀ ਗੁੜੀ ਮਾਰਿਆ ਕਰਨੀ ਘਰੇ ਇੱਧਰ ਉੱਧਰ, ਉਹ ਸਮਝ ਲਓ ਵੀ ਜਿਹੜਾ ਉਹ ਸੂਖਸ਼ਮ ਜਿਹਾ ਰੂਪ ਦਿਸਦਾ ਹੈ। ਵੈਸੇ ਨਿਰਗੁਣ ਤੇ ਹੈ ਨਹੀਂ, ਸਮਝਣ ਵਾਸਤੇ ਕਹਿ ਰਿਹਾ ਵੀ ਉਹ ਨਿਰਗੁਣ ਹੈ, ਜਿਹੜਾ ਹਰੇਕ ਨੂੰ ਨਜ਼ਰ ਨਹੀਂ ਆਉਂਦਾ, ਕਿਸੇ ਕਿਸੇ ਨੂੰ ਆਉਂਦਾ। ਤੇ ਜੋ ਦਿਸਦਾ ਏ ਸਰਗੁਣ ਹੈ, ਜੋ ਅਣਦਿਸਿਆ ਹੈ ਨਿਰਗੁਣ ਹੈ। ਨਿਰਗੁਣ ਨਿਰੰਕਾਰ ਪਰਮਾਤਮਾ ਨੇ ਆਪਣੇ ਸਰਗੁਣ ਸਰੂਪ ਦੇ ਤਾਈਂ ਸਦਾ ਭੇਜਣ ਲਈ ਜਲ ਦੇਵਤੇ ਨੂੰ ਹੁਕਮ ਕੀਤਾ ਏ। ਨਾਨਕ ਪਾਸ ਹੁਲਾਸੈ ਸੋ ਪਠਵੋ, ਤੁਮ ਜਾਸੂ ਹਿਰਦੇ ਸੁਖ ਦਾਨੀ। ਕਹਿ ਦਿੱਤਾ ਜਾਓ ਗੁਰੂ ਨਾਨਕ ਸਾਹਿਬ ਜੀ ਨੂੰ ਸੱਦਾ ਭੇਜੋ। ਹੁਣ ਵਰਨ ਦੇਵਤਾ ਕੌਣ ਹੈ ਜੀ? ਅੱਜ ਵੀ ਵੇਖੋ ਨਾ, 46% ਧਰਤੀ ਹੈ, 76% ਪਾਣੀ ਹੈ। ਧਰਤੀ ਦੇ ਥੱਲੇ ਵੀ ਪਾਣੀ ਹੈ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ। ਪਾਣੀ ਵੱਡਾ ਹੈ, ਉਹ ਰੱਬ ਦੀ ਰਜਾ ਹੈ। ਜੇ ਚਾਹੇ ਗੋਤੇ ਪਲਾਂ 'ਚ ਦਵਾ ਦੇ, ਆ ਮਿੱਟੀ ਗਲਦੀ ਨਹੀਂ, ਉਹਦੀ ਰਮਤ 'ਚ ਰਹਿ ਰਹੀ, ਰਜਾ 'ਚ ਰਹਿ ਰਹੀ। ਚਾਰੇ ਪਾਸੇ ਸਮੁੰਦਰ ਹੀ ਸਮੁੰਦਰ ਨੇ। ਜਿਹੜੀ ਮਰਜ਼ੀ ਕੰਟਰੀ ਚਲ ਜਾਓ ਤੁਸੀਂ, ਜਦੋਂ ਪਲੇਨ 'ਚ ਬੈਠਦੇ ਹੋ, ਇੱਕ ਕੰਟਰੀ ਆਊਟ ਕਰਦੇ ਹੋ ਇੰਡੀਆ ਨੂੰ, 2.5-3 ਘੰਟਿਆਂ ਬਾਅਦ ਸਮੁੰਦਰ ਸ਼ੁਰੂ ਹੋ ਜਾਂਦਾ। ਸਾਰੀ ਰਾਤ ਚੱਲੀ ਜਾਂਦਾ ਸਮੁੰਦਰ। ਫਿਰ ਕੋਈ ਛੋਟਾ ਜਿਹਾ ਟਾਪੂ ਆ ਗਿਆ ਜਿਹਨੂੰ ਦੇਸ਼ ਕਹਿ ਦਈਦਾ, ਕੰਟਰੀ ਕਹਿ ਦਈਦਾ, ਉਤਰੇ ਆ, ਲੈਂਡਿੰਗ ਕੀਤੀ ਹੈ, ਫਿਰ ਅੱਗੇ ਚੜ੍ਹ ਜਾਓ। ਸਮੁੰਦਰਾਂ ਦੇ ਨਾਲ ਸਮੁੰਦਰ ਜੁੜੇ ਹੋਏ ਆ। ਆਪਾਂ 7 ਮੰਨਦੇ ਆ ਨਾ, 7 ਓਸੀਅਨ, ਅਸਲ 'ਚ ਸਮੁੰਦਰ ਇੱਕੋ ਹੀ ਹੈ। ਉਹਦੇ ਵੱਖ-ਵੱਖ ਨਾਮ ਨੇ, ਵੱਖ-ਵੱਖ ਨਾਮ ਉਸ ਸਮੁੰਦਰਾਂ ਦੇ ਬਣੇ ਹੋਏ ਆ, ਪਰ ਪਰਮਾਤਮਾ ਨੇ ਬਣਾਇਆ ਇੱਕ ਹੋਇਆ, ਉਹ 7 ਰੂਪਾਂ 'ਚ ਡਿਵਾਈਡ ਕੀਤਾ ਹੋਇਆ। ਜਦੋਂ ਖੋਜ ਕਰਦੇ ਆ ਨਾ ਇਹਨਾਂ ਚੀਜ਼ਾਂ ਦਾ, ਉਦੋਂ ਪਤਾ ਲੱਗਦਾ ਹੈ। ਇੱਕ ਦੁਨਿਆਵੀ ਤੌਰ 'ਤੇ ਕਹਿ ਦਈਦਾ 7 ਸਮੁੰਦਰੋਂ ਪਾਰ, ਕਿਉਂਕਿ ਸਮੁੰਦਰ ਇੱਕ ਵਿਸ਼ਾਲ ਹੈ, ਧਰਤੀ ਦੇ ਟੁਕੜੇ ਛੋਟੇ-ਛੋਟੇ। ਭਾਵੇਂ ਆਸਟ੍ਰੇਲੀਆ ਖੇਤਰਫਲ 'ਚ ਵੱਡਾ ਹੈ, ਪਰ ਉਹ ਵੀ ਇੱਕ ਧਰਤੀ ਦਾ ਟੁਕੜਾ ਹੈ। ਆ ਭਾਰਤ ਖੰਡ ਜਿਹੜਾ ਏਸ਼ੀਆ ਹੈ, ਧਰਤੀ ਦਾ ਟੁਕੜਾ ਹੈ। ਯੂਰਪ ਧਰਤੀ ਦਾ ਟੁਕੜਾ ਹੈ, ਉਹਦੇ ਨਾਲ ਨਾਲ ਛੋਟੇ-ਛੋਟੇ ਟਾਪੂ ਬਣੇ ਆ, ਛੋਟੇ ਵੱਡੇ ਆ। ਫਿਰ ਇੱਕ ਕੌਣ ਹੈ? ਸਮੁੰਦਰ। ਧਰਤੀ ਦਾ ਟੁਕੜਾ ਇੱਕ ਨਹੀਂ ਨਾ, ਉਹ ਤਾਂ ਅਲੱਗ-ਅਲੱਗ ਨੇ, ਅਲੱਗ-ਅਲੱਗ ਟਾਪੂਆਂ ਦੇ ਵਿੱਚ ਆ, ਅਲੱਗ-ਅਲੱਗ ਦੇ ਵਿੱਚ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਨਮੁਖ ਵਰਨ ਦੇਵਤਾ, ਜੋ ਜਲ ਦਾ ਅਧਿਅਕਸ਼ ਦੇਵਤਾ, ਜਲ ਜੀਵਨ ਹੈ। ਬਾਣੀ ਨੇ ਕਿਹਾ, ਆਪਾਂ ਸਨਾਤਨ ਮਤ ਵਾਲੇ ਪਾਸੇ ਨਹੀਂ ਜਾਣਾ ਵੀ ਹੁਣ ਪਾਣੀ ਦੀ ਖਵਾਜੇ ਦੀ ਪੂਜਾ ਕਰਨ ਲਾ ਤਾਂ ਮਰਦ ਨੇ। ਨਹੀਂ, ਪਵਨ ਗੁਰੂ ਪਾਣੀ ਪਿਤਾ, ਪਾਣੀ ਪਿਤਾ ਪਿਓ ਹੈ ਪਾਣੀ, ਮਾਤਾ ਧਰਤ ਮਹਤ। ਪਾਣੀ ਪਿਤਾ ਕਿਉਂ ਹੈ? ਸਮੁੰਦਰ ਇੱਕ ਵੱਡਾ ਵਿਸ਼ਾਲ ਹੈ, ਉਹ 'ਚ ਜਿੰਨੇ ਟਾਪੂ ਨੇ ਛੋਟੇ-ਛੋਟੇ, ਜਿਹਦੇ ਉੱਤੇ ਜੀਵਨ ਪਲਪਦਾ ਹੈ। ਪਲਪ ਸਮੁੰਦਰ ਵਿੱਚ ਵੀ ਰਿਹਾ ਹੈ, ਸਮੁੰਦਰ ਦੇ ਵਿੱਚ ਵੀ ਧਰਤੀਆਂ ਨੇ, ਹੇਠਾਂ ਵੀ ਜੰਗਲ ਨੇ,
पर कहते आ धरती माँ की गोद है, जिस गोद ने पिता दे कोल बह के अपने बच्चियां नूं भेजण नहीं दिता। ये माँ ही धरती, पर पानी जीवन है। जंगल, पत्थर, पहाड़, धरती चों निकलने वाले खनिज, हर चीज़ विच पानी है। ईवन कि साडी बॉडी तो लैके शरीर तक हर चीज़ पानी तो बनी। आ स्टील है, पानी तो ये विच भी पानी है। आ बिल्डिंग बनी है, ये भी पानी है। आ चादरां कपड़ा जद बने ये भी पानी है। हर चीज़ च पानी है। मनुखा शरीर विच भी पानी है। इसलिए पानी वड्डा, मर्द ने पानी नूं पिता का दर्जा दिता है। मैं ये गल इस करके खोली, कई बार ना 2 लाइनां पढ़ के अगला भरम च आ जाता जी इत्थे वर्ण देवते का जिक्र आ गया, कि मर्द नूं सिद्धा नहीं कह सकते सी रब जी रूप ने, उहनूं क्यों कहा? ये एक अलंकार हुंदा है। जिस वेले वर्ण देवते दे ताई इशारा परमात्मा दा आकाशबाणी आई है, वो बड़ा प्रसन्न सी, मैनू सेवा का मौका मिलिया है। कान सुनी मन मान गुनी, भई देह दुनी तर जो मिल पानी। ते परमात्मा ने आख दिता मेरा सरगुण स्वरूप इस धरती ते है, रूपां रंगां सुभाअ तो न्यारा है। प्रीत विच चरनां च बेनती करी, तेरे कोल रोज़ आउंदे आ, अरदास करी उन्हां नूं भी तुहाडा निर्गुण स्वरूप तुहानूं चेते करदा है। पिता परमात्मा जल देवता ते सेवा मंगदा सी गुरु साहब तो, परमात्मा तो कहता रब्बा इस कलयुग के समय लोगों ने तीर्थ नहा नहा के भी मैले करते, दुनिया ने सुट सुट पाप गंगा भी पलीत करती, छड्डिया कुछ भी मैनू पवित्र करो। ਹੁਣ ਜਦੋਂ ਆਪਾਂ ਕਹਿੰਦੇ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪ ਲਿਖਿਆ ਕਲਗੀਧਰ ਜੀ ਨੇ, ਮੁਰਪਿਤ ਪੂਰਬ ਕੀਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ। ਲੈ ਕਰੋ ਅਰਥ ਕੀ ਕਰੋਗੇ? ਤੇ ਹੁਣ ਮੇਰੇ ਵਰਗਾ ਟੁੱਟਿਆ ਜਾ ਕਥਾਵਾਚਕ ਅਰਥ ਕਰੂ, ਮਹਾਰਾਜ ਤੀਰਥਾਂ ਤੇ ਇਸ਼ਨਾਨ ਕਰਨਗੇ। ਉਹ ਭਾਈ ਇਸ਼ਨਾਨ ਕਰਨ ਨਹੀਂ ਗਏ, ਅਕਲ ਨੂੰ ਹੱਥ ਮਾਰ। ਇਹ ਤੀਰਥ ਲੋਚਦੇ ਸੀ ਸਤਿਗੁਰ ਦੀ ਧੂੜੀ ਨੂੰ, ਤੀਰਥ ਮੰਗਦੇ ਸੀ ਉਹ ਸੱਚੇ ਪਾਤਸ਼ਾਹ ਦੀ ਚਰਨ ਧੂੜ ਨੂੰ। ਮਹਾਰਾਜ ਲੋਕਾਂ ਨੇ ਪਾਪ ਕਰ ਕਰਕੇ ਸਾਨੂੰ पापी बनाता, एक चरना की स्पर्शता दे के साडे पाप कट जो। आखो सतनाम। उन्हां तीर्थां नूं तारन गए आ ते कुब्बे दे बची लत रास आ गई। दूजे कहंदे वेखो तुहाडे गुरु साडे वांगू हिंदू सी ते तां आउंदे सी, ते असीं मन्नी फिरदे आ। किते ना किते ज्ञान की प्रौढ़ता नहीं है। पढ़ के 4 साखियां मेरे वर्गा हरेक ही प्रचारक है। यही चीज़ां मार पाउंदियां ने। जदों समझांगे बाणी विचारांगे फिर पता लगदा है गुरु साहब क्यों गए जी। क्योंकि मर्द लिखते आ मुरपित पूरब की अस प्याना भांत भांत के तीर्थ नाना। कहते नाना शब्द आ गया इत्थे, नाना भारा ए, नाना नहीं है। भारा होने करके उन्होंने तारन गए आ, इशनान के बहाने उधार करन गए आ। ऐदा दे मर्द फिर मक्के भी गए, फिर मत्था टेकन गए सी। सानू दे मर्द कहते किते नहीं जाना भाई, शब्द गुरु नूं मनना। आप क्यों गए? तारन गए, समझाउण गए, मंदिरां विच भी गए। उड़ीसा का सब तो वड्डा मंदिर है जगन्नाथ का, जो भारत का एक सिरा पै जाता है। देखो कित्थे कन्याकुमारी है, कित्थे उड़ीसा का एरिया पै जाता है। जिथे जाके समुद्र शुरू होंदा, समुद्र के किनारे ते मंदिर बनिया जगन्नाथ का। मेरे सतगुरु उत्थे गए आ, जाके की कहते हैं, गगन में थाल रब चंद दीपक बने तारका मंडल जनक बोले। मंदिर सी, पुजारियां ने दरवाजे ला ली सी, कहते वेख्यो ए साध आ गए तेन किते कब्जा ही ना कर ले। पर मत दे के आए। जो मंदिर ने आप कहा ना रब आया होया लैके आओ, भज्जे फिरदे सी पांडे। वो गुरु नानक ने, वो परमात्मा ने किवें जिक्र करी उन्हां। कई बार ना अगे तो अगे प्रमाण चलते इन्ना विशाल जीवन हो जाता, ख्याल हो जाता है इस पातशाह की जान सकते हैं तेरे बारे, तुसीं किन्ने वड्डे हो। हुण असीं कहने आ जी मर्द नाल आ क्यों जोड़ता, आ क्यों जोड़ता। और रब की बनाई सृष्टि है। आ जिन्ने तिन्ने देवी देवते ब्रह्मा विष्णु महेश शिव बाणी ने जिक्र किया किहदे बनाए ने? साडे सतगुरु ने तो बनाए आ। तो जिन्हें बनाया जी फिर उन्होंने बुलाउण च की हर्ज है? कोई हर्ज? अपना चेला बालका होवे उन्होंने बुलाया, कोई इज्जत घटदी है कि वधदी है? वधदी है ना। 33 करोड़ देवी देवता उसे परमेश्वर में साझे है। इसे करके देवियां गुरु नानक दे घर झाड़ू लाउंदियां। आखो सतनाम। वो वड्डियां नहीं ने, बाणी नूं लिखना पिया वड्डा तेरा दरबार सच्चा तुद तक। तू वड्डा है, तेरा दरबार वड्डा है। ऐसे गुरु नानक साहब जी के परथाए निरंकार सचखंड तो इनू कह रहे वर्ण देवते नूं सेवा दी है भी तू अर्ज कर, अरजोई कर, अरदास कर। क्यों किया जी इनू?
ਇਹਨੂੰ ਕਹਿਣ ਦਾ ਭਾਵ ਸੀ ਵੀ ਤੇਰੇ ਦਰਵਾਜ਼ੇ ਤੋਂ ਸਤਿਗੁਰ ਮੇਰੇ ਕੋਲ ਆਉਣਗੇ। ਵਰਨ ਦੇਵਤਾ ਇੱਕ ਦਰਵਾਜ਼ਾ ਹੈ, ਪਾਣੀ ਇੱਕ ਦਰਵਾਜ਼ਾ ਹੈ, ਜਿਸ ਥਾਂ ਤੋਂ ਸਤਿਗੁਰਾਂ ਨੇ ਪ੍ਰਵੇਸ਼ ਹੋਣਾ ਏ। ਦੇਹ ਧਰੀ ਕਰਤਾਰ ਹਰੀ, ਬਿਦ ਹੋਏ ਖਰੀ ਪਰਸੋਂ ਗਤ ਦਾਨੀ। ਭਾਈਓ ਮੁਕਤੀ ਦੇ ਦਾਤੇ ਨੇ, ਮੇਰਾ ਸਰੂਪ ਹਨ, ਉਹ ਕਰਤਾ ਕਰਤਾਰ ਹਨ, ਭੇਦਾਂ ਤੋਂ ਰਹਿਤ ਨੇ। ਵਰਨ ਦੇਵਤਾ ਕਹਿੰਦਾ ਜੀ ਸਤ ਬਚਨ ਜੋ ਅਕਾਲ ਦੀ ਆਗਿਆ। ਅਕਾਲ ਜਿੱਤੇ ਮੌਤ ਨਹੀਂ ਹੈ, ਦੇਵੀ ਦੇਵਤਿਆਂ ਤੇ ਮੌਤ ਹੈ, ਉਹਨੇ ਸਤ ਬਚਨ ਆਖਿਆ। ਕਹਿੰਦਾ ਜੀ ਉਹ ਪਰਮੇਸ਼ਵਰ ਤੇ ਮੇਰੇ ਕੋਲ ਰੋਜ਼ ਆਉਂਦੇ ਆ, ਮੈਨੂੰ ਰੋਜ਼ ਆ ਕੇ ਮਿਲਦੇ ਨੇ। ਵੇਈ ਮੈਂ ਆਏ ਨਿਵਾਸ ਕਰਾ, ਜਿਹ ਪਾਸ ਆਵਾਸ ਗੁਰੂ ਤਨ ਧਾਰੀ। ਕਹਿੰਦੇ ਉਸ ਵਰਨ ਦੇਵਤੇ ਨੇ ਜੋ ਸ੍ਰਿਸ਼ਟੀ ਦੀ ਵਾਂਗ ਡੋਰ ਸਾਂਭਦਾ ਹੈ। ਇੱਕ ਛੋਟੀ ਜੀ ਨਦੀ ਸੁਲਤਾਨਪੁਰ ਲੋਧੀ ਕੋਲ ਲੰਘਦੀ ਸੀ, ਜਿਹਨੂੰ ਆਪਾਂ ਕਹਿੰਦੇ ਕਾਲੀ ਵੇਈ, ਵੇਈ ਨਦੀ। ਚਲੋ ਅੱਜ ਤੇ ਸਾਡੇ ਐਡੇ ਮਾੜੇ ਕਰਮ ਨੇ, ਐਡੇ ਮਾੜੇ ਕਰਮ ਪੰਜਾਬ ਦੇ ਲੋਕਾਂ ਦੇ, ਵੀ ਅਸੀਂ ਉਸ ਵੇਈ ਨਦੀ ਨੂੰ ਸੰਭਾਲ ਨਹੀਂ ਸਕੇ। ਚਲੋ ਬਾਬਾ ਸੀਚੇਵਾਲ ਨੇ ਵਿਚਾਰਿਆਂ ਨੇ ਸੇਵਾ ਲਾਈ, ਤੇ ਅੱਜ ਉਸ ਨਦੀ ਵਿੱਚ ਪਾਣੀ ਕਾਹਦਾ ਪੈ ਰਿਹਾ? ਸੀਵਰੇਜ ਦਾ। ਪਤਾ ਕਰੋ ਜਾ ਕੇ, ਲੱਖ ਲਾਂਤ ਹੈ। ਬਸ ਸਾਡੇ ਕੋਲ ਕੀ ਹੈ? ਗੁਰਦੁਆਰਿਆਂ ਨੂੰ ਪੱਥਰ ਲਾਉਣ ਜੋਗੇ ਪੈਸੇ, ਹੋਰ ਕੁਛ ਨਹੀਂ। ਉਹ ਨਦੀ ਜਿਸ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਅਲੋਪ ਹੋਏ ਹੋਣ, ਜੇ ਕਿਤੇ ਇਹ ਤੀਰਥ ਮੁਸਲਮਾਨਾਂ ਦਾ ਹੁੰਦਾ, ਉਹ ਨਦੀ ਸੋਨੇ 'ਚ ਥੱਪੀ ਹੁੰਦੀ। ਆਖੋ ਸਤਨਾਮ। ਕਿਤੇ ਕ੍ਰਿਸ਼ਨਾ ਦਾ ਹੁੰਦਾ, ਸੜਕਾਂ ਸੋਨੇ ਦੀਆਂ ਬਣਾਈਆਂ ਹੁੰਦੀਆਂ। ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਨਦੀ ਵਿੱਚ ਜਲ ਪ੍ਰਵੇਸ਼ ਹੋਏ। ਅੱਜ ਵੀ ਜਾ ਕੇ ਵੇਖੋ, ਆਬੇ ਜਮਜਮ ਦਾ ਪਾਣੀ ਮੁਸਲਮਾਨ ਫਲਾਈਟਾਂ ਵਿੱਚ ਜਾ ਜਾ ਕੇ ਬੂੰਦ ਬੂੰਦ ਲੈ ਕੇ ਆਉਂਦੇ ਮੱਕੇ 'ਚੋਂ। ਤੇ ਅਸੀਂ ਉਸ ਨਦੀ ਦਾ ਹਾਲ ਕੀ ਕੀਤਾ? ਫਿਰ ਅਸੀਂ ਕਹਿੰਦੇ ਹਾਂ ਸਾਡੀ ਕੌਮ ਦੀ ਚੜ੍ਹਦੀ ਕਲਾ ਨਹੀਂ ਹੁੰਦੀ ਜੀ। ਹੋਊਗੀ ਸਭਾ, ਹੋਣੀ ਵੀ ਨਹੀਂ ਤੁਹਾਡੀ। ਜਿਹੜੇ ਸਾਡੇ ਲੱਛਣ ਨੇ, ਮਾਫ ਕਰੋ, ਲੱਛਣ ਜਪਦਾ, ਇਹ ਸੱਚੀਆਂ ਕਰਤੂਤਾਂ ਸਾਡੀਆਂ, ਸਾਨੂੰ ਕੋਈ ਦੁੱਖ ਨਹੀਂ ਹੈ। ਉਹ ਨਦੀ ਜਿਸ ਨਾਲ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਜੁੜਿਆ, ਜਿਸ ਨਦੀ 'ਚ 13-14 ਸਾਲ ਇਸ਼ਨਾਨ ਕੀਤਾ, ਕਿਹੜਾ ਜੀ ਉਹ? ਆਪਾਂ ਸ਼ਰੇਆਮ ਕਹਿੰਦੇ ਆ ਇੱਕ ਆਮ ਗੱਲ, ਜਿੱਥੇ ਗੁਰੂ ਸਾਹਿਬ ਇੱਕ ਵਾਰ ਚਰਨ ਪਾ ਦੇਣਾ, ਆਪਾਂ ਕੀ ਕਹਿੰਦੇ? ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਰਾਮ ਰਾਜ ਕਹਿੰਦੇ ਆ। ਤੇ ਜਿਸ ਨਦੀ ਵਿੱਚ 13-14 ਸਾਲ ਰੱਬ ਇਸ਼ਨਾਨ ਕਰਦਾ ਰਿਹਾ, ਦੁੱਖ ਲੱਗਦਾ ਉਹਦੀ ਹਾਲਤ ਵੇਖ ਕੇ। ਆ ਇਹ ਸਿੱਖ ਕੌਮ, ਆ ਹਾਲ ਨੇ ਸਾਡੇ, ਆ ਹਾਲਤ ਹੈ ਸਾਡੀ, ਅਸਲੀਅਤ ਸਾਡੀ। ਜਿਸ ਧਰਤੀ ਤੇ ਗੁਰੂਆਂ ਪੀਰਾਂ ਨੇ ਇੰਨਾ ਕੁਝ ਕੀਤਾ ਸੀ, ਕੀ ਕੀਤਾ ਉਹਨਾਂ ਨੇ? ਕੁਛ ਵੀ ਨਹੀਂ ਕੀਤਾ, ਸੰਭਾਲ ਵੀ ਨਾ ਸਕੇ। ਕਹਿੰਦੇ ਉਹ ਵਰਨ ਦੇਵਤਾ ਆ ਕੇ ਉਸ ਵੇਈ ਨਦੀ ਵਿੱਚ ਜਲ ਦਾ ਰੂਪ ਹੋ ਗਿਆ। ਆਨ ਇਸ਼ਨਾਨ ਕਰੈ ਜਿਹ ਥਾਨ, ਰਹਿਓ ਮਤਵਾਨ ਤਹਾਂ ਮਿਲਵਾਰੀ। ਵੇਈ ਦੇ ਵਿੱਚ ਉਹ ਥਾਂ ਤੇ ਆ ਕੇ ਵਰਨ ਦੇਵਤੇ ਨੇ ਆਪਣੀ ਥਾਂ ਬਣਾ ਲਈ, ਆਪਣੀ ਜਗ੍ਹਾ ਬਣਾ ਲਈ। ਹੈ ਤੇ ਉਹ ਵੀ ਹਵਾ ਰੂਪ ਹੈ, ਦੇਵਤਾ ਹੈ। ਜਿਸ ਥਾਂ ਤੇ ਮੇਰੇ ਗੁਰੂ ਨਾਨਕ ਪਾਤਸ਼ਾਹ ਚੁੱਭੀ ਲਾਉਂਦੇ ਸੀ, ਇਸ਼ਨਾਨ ਕਰਦੇ ਸੀ, ਅੱਜ ਉਡੀਕ 'ਚ ਬੈਠਾ ਹੈ। ਸਵੇਰ ਹੁੰਦਿਆਂ ਰੱਬ ਜੀ ਆਉਣਗੇ, ਮੈਂ ਚਰਨ ਫੜ ਕੇ ਆਖਾਂਗਾ ਮਹਾਰਾਜ ਆਓ ਚੱਲੀਏ। ਸੋ ਸਮਾਂ ਸਮਾਪਤ ਹੋ ਗਿਆ ਜੀ। ਜਿਵੇਂ ਜਿਵੇਂ ਮਹਾਰਾਜ ਦੇ ਚੋਜ ਆਉਣਗੇ, ਬੜੇ ਰੰਗਲੇ, ਬੜੇ ਆਨੰਦਮਈ ਨੇ। ਗੁਰੂ ਨਾਨਕ ਸਾਹਿਬ ਦੀ ਕਥਾ ਤੇ ਐਸੀ ਹੈ, ਇਹਨੂੰ ਗਾਈ ਜਾਈਏ, ਜੀ ਕਰਦਾ ਸਮੇਂ ਵੱਲ ਵੇਖੀਏ। ਕਿੱਥੇ ਬੈਠੇ ਆ ਕੋਈ ਪਤਾ ਨਹੀਂ, ਕੀ ਹੋ ਰਿਹਾ ਕੋਈ ਪਤਾ ਨਹੀਂ। ਕਿਉਂ? ਉਹ ਰੱਬ ਨੇ, ਉਹ ਪਰਮਾਤਮਾ ਨੇ, ਉਹ ਪ੍ਰੀਤਮ ਪਿਆਰੇ ਆ। ਜਿਵੇਂ ਗੁਰੂ ਸਾਹਿਬ ਕਿਰਪਾ ਕਰਨਗੇ, ਕੱਲ੍ਹ ਦੇ ਦੀਵਾਨਾਂ 'ਚ ਇਸ ਪਾਵਨ ਕਥਾ ਦਾ ਆਨੰਦ